ਚੈਨਲ ਨੂੰ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਬੈਲ ਦਬਾ ਦਿਓ ਤਾਂ ਕਿ ਸਾਡੀਆਂ ਸਾਰੀਆਂ ਵੀਡੀਓਜ਼ ਤੁਹਾਡੇ ਤੱਕ ਪਹੁੰਚ ਸਕਣ। ਮੇਰਾ ਨਾਮ ਹੈ ਸੇਜ ਕਾਲੇਕੇ ਤੇ ਆਪਾਂ ਡੈਮੋ ਕਲਾਸ 3 ਅੱਜ ਦੀ ਸਟਾਰਟ ਕਰਦੇ ਹਾਂ। ਪਹਿਲਾਂ ਮੈਂ ਪੁੱਛਣਾ ਹੈਗਾ ਜੋ ਆਪਣਾ ਪੁਰਾਣਾ ਹੁਣ ਤੱਕ ਆਪਾਂ ਜਿੰਨਾ ਵੀ ਪੜਿਆ ਹੈਗਾ ਉਹਦੀ ਕੋਈ ਡਾਊਟ ਤਾਂ ਨਹੀਂ ਹੈਗੀ ਕਿਸੇ ਨੂੰ? ਉਹ ਸਾਰੀਆਂ ਚੀਜ਼ਾਂ ਠੀਕ ਹੈ, ਕਲੀਅਰ ਆ। ਹੁਣ ਆਪਣਾ ਜਿਹੜਾ ਇਹ ਸੈਂਟੈਂਸਸ ਦਾ ਚੈਪਟਰ ਹੈਗਾ ਉਹਦਾ ਇੱਕ ਪਾਰਟ ਆਪਾਂ ਕਰ ਲਿਆ ਹੈ। ਹੁਣ ਆਪਣੇ ਕੋਲੇ ਰਹਿ ਗਏ ਨੇ ਟਾਈਪਸ ਆਫ ਸੈਂਟੈਂਸਸ। Sentences are of different kinds. On the basis of their purpose, sentences can be classified according, थोड़ी ये गलती है वो आप सही कर देने हैं, classified into 4 categories. ਉਹਨਾਂ ਦੇ ਪਰਪਸ ਦੇ ਬੇਸਿਸ ਉੱਤੇ ਆਪਾਂ ਸੈਂਟੈਂਸਸ ਨੂੰ 4 ਕੈਟੇਗਰੀਜ਼ ਵਿੱਚ ਡਿਵਾਈਡ ਕਰ ਸਕਦੇ ਹਾਂ। ਉਹ ਜਿਹੜੀਆਂ 4 ਕੈਟੇਗਰੀਜ਼ ਨੇ ਉਹਨਾਂ ਨੂੰ ਆਪਾਂ ਇੱਕ ਇੱਕ ਕਰਕੇ ਦੇਖਾਂਗੇ। ਹੁਣ ਇਹ 4 ਟਾਈਪਸ ਨੇ। ਸਭ ਤੋਂ ਪਹਿਲੀ ਆਪਣੀ ਟਾਈਪ ਹੈਗੀ ਆ ਉਹ ਡੈਕਲੇਰੇਟਿਵ ਸੈਂਟੈਂਸਸ ਹੁੰਦੇ ਨੇ ਜਾਂ ਆਪਾਂ ਉਹਨਾਂ ਨੂੰ ਅਸਰਟਿਵ ਸੈਂਟੈਂਸਸ ਕਹਿ ਦਿੰਦੇ ਆ। ਸੈਂਟੈਂਸਸ ਦੈਟ ਮੇਕ ਅ ਸਟੇਟਮੈਂਟ ਔਰ ਪ੍ਰੋਵਾਈਡ ਇਨਫੋਰਮੇਸ਼ਨ ਆਰ ਕਾਲਡ ਡੈਕਲੇਰੇਟਿਵ ਸੈਂਟੈਂਸਸ ਜਾਂ ਅਸਰਟਿਵ ਸੈਂਟੈਂਸਸ। ਹੁਣ ਜਿਹੜੇ ਇਹ ਅਸਰਟਿਵ ਸੈਂਟੈਂਸਸ ਹੁੰਦੇ ਨੇ ਜਾਂ ਡੈਕਲੇਰੇਟਿਵ ਸੈਂਟੈਂਸਸ ਹੁੰਦੇ ਨੇ, ਇਹਨਾਂ ਬਾਰੇ ਜਦੋਂ ਆਪਾਂ ਗੱਲ ਕਰਦੇ ਹਾਂ ਬੇਸਿਕਲੀ ਇਹਨਾਂ ਦਾ ਕੰਮ ਕੀ ਹੁੰਦਾ? ਜਾਣਕਾਰੀ ਪ੍ਰੋਵਾਈਡ ਕਰਨਾ। ਜਦੋਂ ਆਪਾਂ ਪੜ੍ਹਨਾ ਸ਼ੁਰੂ ਕੀਤਾ ਸੀਗਾ ਮੈਂ ਤੁਹਾਨੂੰ ਸੈਂਟੈਂਸਸ ਬਾਰੇ ਦੱਸਿਆ ਸੀਗਾ ਕਿ ਸੈਂਟੈਂਸਸ ਕੀ ਹੁੰਦੇ ਨੇ। ਤਾਂ ਮੈਂ ਤੁਹਾਨੂੰ ਦੱਸਿਆ ਸੀਗਾ ਕਿ ਸੈਂਟੈਂਸਸ ਵਾਕ ਹੁੰਦੇ ਨੇ, ਅਜਿਹੇ ਮੀਨਿੰਗਫੁਲ ਸੈਟ ਆਫ ਵਰਡਸ ਹੁੰਦੇ ਨੇ ਜਿਨ੍ਹਾਂ ਦਾ ਕੰਮ ਹੁੰਦਾ ਹੈ ਕਿ ਆਪਾਂ ਕਿਸੇ ਨੂੰ ਕੋਈ ਜਾਣਕਾਰੀ ਦੇਣੀ। ਠੀਕ ਹੈ, ਮੰਨ ਕੇ ਚੱਲੋ ਮੈਂ ਕੋਈ ਕੰਮ ਕੀਤਾ ਹੈਗਾ, ਮੈਂ ਖੇਡਣ ਗਿਆ, ਠੀਕ ਹੈ, ਆਈ ਵੈਂਟ ਆਊਟ ਟੂ ਪਲੇ। ਹੁਣ ਇਹ ਚੀਜ਼ ਮੈਂ ਤੁਹਾਨੂੰ ਦੱਸਣੀ ਹੈ, ਮੈਂ ਕਿਵੇਂ ਦੱਸ ਪਾਊਂਗਾ? ਸੈਂਟੈਂਸ ਦੇ ਰਾਹੀਂ। ਹੁਣ ਇਹੋ ਜਿਹੇ ਜਿਹੜੇ ਸੈਂਟੈਂਸ ਹੁੰਦੇ ਆ ਜੋ ਇਨਫੋਰਮੇਸ਼ਨ ਦਿੰਦੇ ਆ, ਮੰਨ ਕੇ ਚੱਲੋ ਕਿਸੇ ਦਾ ਐਕਸੀਡੈਂਟ ਹੋ ਗਿਆ, ਹੁਣ ਆਪਾਂ ਦੱਸਣਾ ਚਾਹੁੰਦੇ ਆ ਜੀ ਉਹਦਾ ਐਕਸੀਡੈਂਟ ਹੋ ਗਿਆ, ਰਾਹੁਲ ਦਾ ਐਕਸੀਡੈਂਟ ਹੋ ਗਿਆ। ਹੁਣ ਰਾਹੁਲ ਦਾ ਐਕਸੀਡੈਂਟ ਹੋ ਗਿਆ, ਮੈਂ ਕੀ ਕਰ ਰਿਹਾ ਜਦੋਂ ਇਹ ਬੋਲ ਰਿਹਾ? ਆਈ ਐਮ ਗਿਵਿੰਗ ਯੂ ਦ ਇਨਫੋਰਮੇਸ਼ਨ ਅਬਾਊਟ ਰਾਹੁਲ, ਕਿ ਰਾਹੁਲ ਨਾਲ ਕੀ ਹੋਇਆ। ਹੁਣ ਅਜਿਹੇ ਜਿਹੜੇ ਸੈਂਟੈਂਸ ਹੁੰਦੇ ਆ ਜੋ ਇਨਫੋਰਮੇਸ਼ਨ ਅੱਗੇ ਦਿੰਦੇ ਨੇ ਉਹਨਾਂ ਨੂੰ ਆਪਾਂ ਡੈਕਲੇਰੇਟਿਵ ਸੈਂਟੈਂਸਸ ਕਹਿੰਦੇ ਆ ਜਾਂ ਅਸਰਟਿਵ ਸੈਂਟੈਂਸਸ ਕਹਿੰਦੇ ਆ। ਇਹ ਤਾਂ ਹੋ ਗਿਆ ਇਹਨਾਂ ਦਾ ਮਤਲਬ ਕਿ ਡੈਕਲੇਰੇਟਿਵ ਸੈਂਟੈਂਸਸ ਕੀ ਹੁੰਦੇ ਨੇ, ਅਸਰਟਿਵ ਸੈਂਟੈਂਸਸ ਕੀ ਹੁੰਦੇ ਨੇ। ਇੱਥੋਂ ਤੱਕ ਕਲੀਅਰ ਆ ਸਾਰਿਆਂ ਨੂੰ? ਹੁਣ ਇਹਦੇ ਆਪਾਂ 2-3 ਐਗਜ਼ਾਮਪਲਸ ਵੀ ਦੇਖ ਲੈਂਦੇ ਆ ਤਾਂ ਕਿ ਇਹ ਤੁਹਾਨੂੰ ਹੋਰ ਕਲੀਅਰ ਹੋਵੇ। ਫਿਰ ਮੈਂ ਤੁਹਾਨੂੰ ਦੱਸੂਗਾ ਕਿ ਇਹ ਜੋ ਡੈਕਲੇਰੇਟਿਵ ਵਰਡ ਹੈ ਜਾਂ ਇਹ ਜੋ ਅਸਰਟਿਵ ਵਰਡ ਹੈ ਇਹਦਾ ਕੀ ਮਤਲਬ ਹੈ, ਇਹ ਕਿੱਥੋਂ ਆਏ ਇਹ ਵਰਡਸ, ਇਹਦੇ ਬਾਰੇ ਆਪਾਂ ਗੱਲ ਕਰਾਂਗੇ। ਠੀਕ ਹੈ ਜੀ। ਹੁਣ ਪਹਿਲਾਂ ਆਪਾਂ ਇਹਦੇ ਕੁਝ ਐਗਜ਼ਾਮਪਲਸ ਦੇਖ ਲੈਂਦੇ ਆ। ਕਲੀਅਰ? ਠੀਕ ਹੈ, ਸਾਰਿਆਂ ਨੂੰ ਕੋਈ ਡਾਊਟ ਨਹੀਂ ਹੈਗੀ। ਦ ਵਿੰਡੋ ਇਜ਼ ਓਪਨ। ਜੇ ਮੈਂ ਕਹਿੰਦਾ ਕਿ ਬਾਰੀ ਖੁੱਲੀ ਹੋਈ ਹੈ ਜਾਂ ਖਿੜਕੀ ਖੁੱਲੀ ਹੋਈ ਹੈ ਤਾਂ ਮੈਂ ਜਾਣਕਾਰੀ ਦੇ ਰਿਹਾ ਕਿ ਕਿਹੜੀ ਚੀਜ਼ ਹੈਗੀ ਆ। ਜਦੋਂ ਆਪਾਂ ਇਹ ਦੱਸਦੇ ਹਾਂ ਕਿ ਕੀ ਚੀਜ਼ ਹੈਗੀ ਆ ਜਾਂ ਸੀਗੀ, ਕੀ ਹੋਇਆ ਕੀ ਨਹੀਂ ਹੋਇਆ, ਜਦੋਂ ਆਪਾਂ ਇਨਫੋਰਮੇਸ਼ਨ ਅੱਗੇ ਪਾਸ ਔਨ ਕਰਦੇ ਹਾਂ ਤਾਂ ਉਹਨਾਂ ਸੈਂਟੈਂਸਸ ਨੂੰ ਡੈਕਲੇਰੇਟਿਵ ਜਾਂ ਅਸਰਟਿਵ ਕਿਹਾ ਜਾਂਦਾ ਹੈ। ਦ ਵਿੰਡੋ ਇਜ਼ ਓਪਨ। ਹੁਣ ਮੈਂ ਤੁਹਾਨੂੰ ਦੱਸ ਦਿੱਤਾ ਕਿ ਖਿੜਕੀ ਖੁੱਲੀ ਹੋਈ ਹੈ। ਰਾਧਿਕਾ ਇਜ਼ ਐਨ ਆਰਟਿਸਟ। ਰਾਧਿਕਾ ਕੀ ਹੈ? ਇੱਕ ਆਰਟਿਸਟ ਹੈ। ਇੱਥੇ ਮੈਂ ਤੁਹਾਨੂੰ ਕੀ ਜਾਣਕਾਰੀ ਦੇਤੀ? ਰਾਧਿਕਾ ਬਾਰੇ ਤੁਹਾਨੂੰ ਇਨਫੋਰਮੇਸ਼ਨ ਦੇਤੀ ਕਿ ਰਾਧਿਕਾ ਕੌਣ ਆ। ਤੁਸੀਂ ਮੇਰੇ ਤੋਂ ਪੁੱਛਿਆ ਹੂ ਇਜ਼ ਰਾਧਿਕਾ, ਤਾਂ ਮੈਂ ਅੱਗੋਂ ਆਨਸਰ ਦਿੱਤਾ ਰਾਧਿਕਾ ਇਜ਼ ਐਨ ਆਰਟਿਸਟ। ਹੁਣ ਤੁਹਾਨੂੰ ਰਾਧਿਕਾ ਬਾਰੇ ਪਤਾ ਲੱਗ ਗਿਆ। ਜਦੋਂ ਤੁਹਾਨੂੰ ਕੋਈ ਇਨਫੋਰਮੇਸ਼ਨ ਪਤਾ ਲੱਗਦੀ ਆ ਤਾਂ ਉਸ ਕਿਹੜੇ ਸੈਂਟੈਂਸਸ ਰਾਹੀਂ ਪਤਾ ਲੱਗਦੀ ਆ? ਡੈਕਲੇਰੇਟਿਵ ਜਾਂ ਅਸਰਟਿਵ ਸੈਂਟੈਂਸਸ ਰਾਹੀਂ। ਫਿਰ ਯੂ ਆਰ ਅ ਸਟੂਡੈਂਟ, ਤੁਸੀਂ ਇੱਕ ਸਟੂਡੈਂਟ ਹੋ, ਇਹ ਵੀ ਮੈਂ ਅੱਗੇ ਇਨਫੋਰਮੇਸ਼ਨ ਪ੍ਰੋਵਾਈਡ ਕਰ ਰਿਹਾ। ਤੁਹਾਡੇ ਨਾਲ ਕੋਈ ਸਟੇਟਮੈਂਟ ਸ਼ੇਅਰ ਕਰ ਰਹੇ ਹਾਂ। ਸਟੇਟਮੈਂਟ ਕੀ ਹੁੰਦਾ? ਕੋਈ ਗੱਲ। ਤੇ ਤੁਹਾਡੇ ਨਾਲ ਮੈਂ ਕੋਈ ਗੱਲ ਸ਼ੇਅਰ ਕਰ ਰਿਹਾ, ਤੁਹਾਨੂੰ ਕੋਈ ਜਾਣਕਾਰੀ ਦੇ ਰਿਹਾ, ਮਤਲਬ ਮੈਂ ਡੈਕਲੇਰੇਟਿਵ ਜਾਂ ਅਸਰਟਿਵ ਸੈਂਟੈਂਸਸ ਦਾ ਯੂਜ਼ ਕਰ ਰਿਹਾ। ਇੱਥੋਂ ਤੱਕ ਕਲੀਅਰ ਹੈ ਜੀ ਸਾਰਿਆਂ ਨੂੰ? ਤੁਹਾਨੂੰ ਇਹ ਤਾਂ ਪਤਾ ਲੱਗ ਗਿਆ ਕਿ ਡੈਕਲੇਰੇਟਿਵ ਸੈਂਟੈਂਸ ਕੀ ਆ, ਤੁਹਾਨੂੰ ਇਹ ਵੀ ਪਤਾ ਲੱਗ ਗਿਆ ਕਿ ਉਹਨੂੰ ਅਸਰਟਿਵ ਸੈਂਟੈਂਸ ਵੀ ਕਿਹਾ ਜਾਂਦਾ ਹੈ। ਬਟ ਜਿਹੜਾ ਇਹ ਡੈਕਲੇਰੇਟਿਵ ਵਰਡ ਹੈ ਇਹਦਾ ਮਤਲਬ ਤਾਂ ਤੁਹਾਨੂੰ ਪਤਾ ਨਹੀਂ ਲੱਗਿਆ। ਇਹਨੂੰ ਡੈਕਲੇਰੇਟਿਵ ਹੀ ਕਾਹਤੋਂ ਕਹਿੰਦੇ ਆ, ਇਹਨਾਂ ਨੂੰ ਅਸਰਟਿਵ ਹੀ ਕਾਹਤੋਂ ਕਹਿੰਦੇ ਆ, ਇਹਨਾਂ ਨੂੰ ਆਪਾਂ ਕੋਈ ਹੋਰ ਨਾਮ ਕਾਹਤੋਂ ਨਹੀਂ ਦਿੱਤਾ ਹੋਇਆ। ਹੁਣ ਜਿਹੜਾ ਡੈਕਲੇਰੇਟਿਵ ਵਰਡ ਹੈਗਾ ਇਹ ਡੈਕਲੇਰੇਟਿਵ, ਇਹ ਜਿਹੜਾ ਵਰਡ ਹੈਗਾ ਇਹ ਇੱਕ ਵਰਡ ਤੋਂ ਬਣਿਆ ਹੈ ਜੋ ਹੈਗਾ ਇਹ ਡਿਕਲੇਅਰ। ਹੁਣ ਹੋ ਸਕਦਾ ਤੁਹਾਨੂੰ ਡੈਕਲੇਰੇਟਿਵ ਦਾ ਮਤਲਬ ਨਾ ਪਤਾ ਹੋਵੇ ਪਰ ਤੁਹਾਨੂੰ ਡਿਕਲੇਅਰ ਦਾ ਮਤਲਬ ਜ਼ਿਆਦਾਤਰ ਲੋਕਾਂ ਨੂੰ ਪਤਾ ਹੋਊਗਾ। ਡਿਕਲੇਅਰ ਦਾ ਮਤਲਬ ਕੀ ਹੁੰਦਾ? ਐਲਾਨ ਕਰਨਾ, ਕਿਸੇ ਚੀਜ਼ ਬਾਰੇ ਇਨਫੋਰਮੇਸ਼ਨ ਪ੍ਰੋਵਾਈਡ ਕਰਨੀ। ਤਾਂ ਉਹੀ ਚੀਜ਼ ਹੋ ਗਿਆ ਕਿ ਉਹਨਾਂ ਨੇ ਡਿਕਲੇਅਰ ਕਰ ਦਿੱਤਾ ਕਿ ਅੱਜ ਅਸੀਂ ਇੱਕ ਇਵੈਂਟ ਕਰਵਾ ਰਹੇ ਹਾਂ। ਤਾਂ ਹੁਣ ਉਹਨਾਂ ਨੇ ਕੀ ਕੀਤਾ? ਇੱਕ ਤਰ੍ਹਾਂ ਇਨਫੋਰਮੇਸ਼ਨ ਪ੍ਰੋਵਾਈਡ ਕੀਤੀ। ਡਿਕਲੇਅਰ ਕਰਨਾ, ਇਨਫੋਰਮੇਸ਼ਨ ਪ੍ਰੋਵਾਈਡ ਕਰਨਾ ਇੱਕੋ ਗੱਲ ਹੈ। ਉਹੀ ਚੀਜ਼ ਅਸਰਟਿਵ। ਅਸਰਟਿਵ ਕਾਦੇ ਤੋਂ ਬਣਿਆ ਹੈ? ਅਸਰਟ ਵਰਡ ਹੈਗਾ ਹੈ, ਉਹਦੇ ਤੋਂ ਅਸਰਟਿਵ ਵਰਡ ਬਣਿਆ ਹੈ। ਹੁਣ ਅਸਰਟ ਦਾ ਮਤਲਬ ਕੀ ਹੁੰਦਾ? ਕਿਸੇ ਚੀਜ਼ ਉੱਤੇ ਜ਼ੋਰ ਦੇਣਾ। ਹੁਣ ਜਿਹੜੀ ਅਸਰਟਿਵ ਸੈਂਟੈਂਸਸ ਹੁੰਦੇ ਨੇ ਜਾਂ ਡੈਕਲੇਰੇਟਿਵ ਸੈਂਟੈਂਸਸ ਹੁੰਦੇ ਨੇ ਇਹ ਪੋਜ਼ਿਟਿਵ ਵੀ ਹੋ ਸਕਦੇ ਆ, ਨੈਗੇਟਿਵ ਵੀ ਹੋ ਸਕਦੇ ਆ। ਪੋਜ਼ਿਟਿਵ ਤੇ ਨੈਗੇਟਿਵ ਦਾ ਕੀ ਫਰਕ ਹੈਗਾ? ਟੁਮਾਰੋ ਇਜ਼ ਸੰਡੇ, ਕੱਲ ਸੰਡੇ ਹੈ।
एक पॉजिटिव सेंटेंस आप दस रहे हैं कि किहड़ी चीज हैगी है, जो चीज है। ते इत्थे आपां की दस रहे हैं, जो चीज नहीं है। ਤੇ ਨੈਗੇਟਿਵ ਸੈਂਟੈਂਸ ਕਿਹੜੇ ਹੁੰਦੇ ਆ, ਜਿਨ੍ਹਾਂ ਵਿੱਚ ਆਪਾਂ ਨੋ ਜਾਂ ਨੋਟ ਲਗਾ ਦਿੰਦੇ ਆ ਤੇ ਆਪਾਂ ਇਹ ਦੱਸਦੇ ਆ ਕਿ ਇਹ ਚੀਜ਼ ਨਹੀਂ ਹੈਗੀ। ਤੇ ਪੋਜ਼ਿਟਿਵ ਉਹ ਹੁੰਦੇ ਆ ਜਿਨ੍ਹਾਂ ਵਿੱਚ ਆਪਾਂ ਕਹਿੰਦੇ ਆ ਕਿ ਇਹ ਚੀਜ਼ ਹੈਗੀ ਹੈ। ਇੱਥੋਂ ਤੱਕ ਕਲੀਅਰ ਹੋਊਗਾ ਮੇਰੇ ਖਿਆਲ ਸਾਰਿਆਂ ਨੂੰ। ਇਹ ਤਾਂ ਬੜੀ ਬੇਸਿਕ ਜੀ ਚੀਜ਼ ਸੀਗੀ। ਹੁਣ ਆਪਾਂ ਸੈਕਿੰਡ ਟਾਈਪ ਆਫ ਸੈਂਟੈਂਸਸ ਤੇ ਜਾਂਦੇ ਆ। ਉਹ ਕਿਹੜੇ ਨੇ? sentences that ask questions and end with a question mark are called interrogative sentences। ਹੁਣ ਜਿਹੜੇ ਸੈਂਟੈਂਸਸ ਸਵਾਲ ਪੁੱਛਦੇ ਨੇ ਉਹਨਾਂ ਨੂੰ ਆਪਾਂ ਇੰਟਰੋਗੇਟਿਵ ਸੈਂਟੈਂਸਸ ਕਹਿ ਦਿੰਦੇ ਹਾਂ। ਹੁਣ ਇਹਦੇ ਕੁਝ ਆਪਾਂ ਐਗਜ਼ਾਮਪਲਸ ਵੀ ਦੋ ਦੇਖ ਲੈਂਦੇ ਹਾਂ। ਵਾਈ ਹੈਵ ਯੂ ਓਪਨਡ ਦਿਸ ਵਿੰਡੋ? ਤੁਸੀਂ ਇਹ ਵਿੰਡੋ ਕਿਉਂ ਓਪਨ ਕੀਤੀ ਹੈ? ਇਹ ਆਪਾਂ ਸਵਾਲ ਪੁੱਛ ਰਹੇ ਹਾਂ ਤਾਂ ਇਹ ਇੰਟਰੋਗੇਟਿਵ ਸੈਂਟੈਂਸ ਹੋ ਗਿਆ। ਉਸ ਤੋਂ ਬਾਅਦ ਵਾਈ ਆਰ ਯੂ ਟੇਕਿੰਗ ਥੀਸ ਕਲਾਸਿਸ? ਤੁਸੀਂ ਇਹ ਕਲਾਸਿਸ ਕਿਉਂ ਲੈ ਰਹੇ ਹੋ? ਇਹ ਵੀ ਮੈਂ ਸਵਾਲ ਪੁੱਛ ਰਿਹਾ ਤੁਹਾਡੇ ਤੋਂ, ਤਾਂ ਮਤਲਬ ਇਹ ਵੀ ਇੰਟਰੋਗੇਟਿਵ ਸੈਂਟੈਂਸ ਹੋ ਗਿਆ, ਕੁਐਸਚਨ ਹੋ ਗਿਆ। ਆ ਗਈ ਸਮਝ? ਹੁਣ ਜੇ ਮੈਂ ਇਹਨਾਂ ਦੇ ਆਨਸਰ ਦੇਣਾ ਹੈਗਾ, ਜਿਵੇਂ ਲੈਟ ਅਸ ਸੇ ਮੈਂ ਇਹਦਾ ਆਨਸਰ ਦੇ ਦਿੰਦਾ, ਆਈ ਹੈਵ ਓਪਨਡ ਦਿਸ ਵਿੰਡੋ ਟੂ ਲੈਟ ਦ 에ਅਰ ਇਨ। ਮੈਂ ਇਹ ਵਿੰਡੋ ਕਿਉਂ ਖੋਲੀ ਆ? ਤਾਂ ਕਿ ਹਵਾ ਅੰਦਰ ਆ ਸਕੇ। ਹੁਣ ਆਹ ਹੋ ਗਿਆ ਆਪਣਾ ਇੰਟਰੋਗੇਟਿਵ ਸੈਂਟੈਂਸ, ਤੇ ਆਹ ਸੈਂਟੈਂਸ ਆਪਣਾ ਕਿਹੜਾ ਹੋਇਆ? ਡੈਕਲੇਰੇਟਿਵ, ਕਿਉਂਕਿ ਇਹਦੇ ਵਿੱਚ ਮੈਂ ਅੱਗੋਂ ਇਨਫੋਰਮੇਸ਼ਨ ਦੇ ਰਿਹਾ ਕਿ ਮੈਂ ਵਿੰਡੋ ਕਿਉਂ ਖੋਲੀ ਹੈ। ਇਸ ਦਾ ਵੀ ਆਨਸਰ ਇਦਾਂ ਕੀਤਾ ਜਾ ਸਕਦਾ ਹੈ, we are taking these classes to learn the English language। ठीक है, तो यह की होगा? डेक्लरेटिव। ये इंटेरोगेटिव, ते आ की होगा? डेक्लरेटिव। इंटेरोगेटिव, डेक्लरेटिव। इत्थे इन्फॉर्मेशन मंगी जा रही है, सवाल पूछा जा रहा, इंटेरोगेटिव। सवाल का जवाब दिता जा रहा, डेक्लरेटिव। ठीक है जी। जिवें मैं तुहानूं डेक्लरेटिव बारे दस्सिया सीगा, तुहानूं मैं असर्टिव बारे दस्सिया सीगा कि असर्टिव सेंटेंस जिहड़ा असर्टिव वर्ड हैगा वो कित्थों आया, डेक्लरेटिव वर्ड जिहड़ा हैगा वो कित्थों आया। इंटेरोगेटिव बारे भी मैं तुहानूं दस्सना। जे तुसीं पुराणियां फिल्मां देखीਆਂ ने, पुराणियां फिल्मां ਵਿੱਚ ਕੀ ਹੁੰਦਾ ਸੀ, ਕਈ ਵਾਰੀ ਨਾ ਪੁਲਿਸ ਆਉਂਦੀ ਸੀ, ਉਹ ਡਾਕੂ ਨੂੰ ਜਾਂ ਚੋਰ ਨੂੰ ਫੜ ਕੇ ਲੈ ਜਾਂਦੀ ਸੀ, ਤਾਂ ਫਿਰ ਉਹਦੀ ਇੰਟਰੋਗੇਸ਼ਨ ਕੀਤੀ ਜਾਂਦੀ ਸੀ। ਕੀ ਕੀਤੀ ਜਾਂਦੀ ਸੀ? ਇੰਟਰੋਗੇਸ਼ਨ। ਹੁਣ ਇੰਟਰੋਗੇਸ਼ਨ ਦਾ ਮਤਲਬ ਕੀ ਹੁੰਦਾ ਸੀਗਾ ਉਹਨਾਂ ਸਮਿਆਂ ਵਿੱਚ? ਜਦੋਂ ਤੁਸੀਂ ਚੋਰ ਨੂੰ ਫੜ ਕੇ ਲੈ ਗਈ ਆ ਪੁਲਿਸ, ਤਾਂ ਉਹਦੇ ਤੋਂ ਸਵਾਲ ਪੁੱਛੇ ਜਾਂਦੇ ਸੀਗੇ ਕਿ ਹਾਂ ਭਾਈ ਦੱਸ ਵੀ ਤੇਰੇ ਨਾਲ ਕਿੰਨੇ ਬੰਦੇ ਸੀ ਜਿਨ੍ਹਾਂ ਨੇ ਚੋਰੀ ਕੀਤੀ, ਕਿੰਨੇ ਜਾਣਿਆਂ ਨੇ ਚੋਰੀ ਕੀਤੀ, ਕਿੰਨੇ ਪੈਸਿਆਂ ਦੀ ਚੋਰੀ ਕੀਤੀ, ਕੌਣ ਸੀਗਾ ਤੇਰੇ ਨਾਲ, ਜੋ ਸੋਨਾ ਤੁਸੀਂ ਚੋਰੀ ਕੀਤਾ ਹੈ ਉਹ ਕਿੱਥੇ ਰੱਖਿਆ ਹੋਇਆ ਹੈ। ਇਹ ਸਾਰੇ ਸਵਾਲ ਉਸ ਬੰਦੇ ਤੋਂ ਪੁੱਛੇ ਜਾਂਦੇ ਸੀਗੇ, ਤੇ ਇਹ ਸਾਰੀ ਪ੍ਰੋਸੈਸ ਨੂੰ ਕੀ ਕਿਹਾ ਜਾਂਦਾ ਸੀ? ਇੰਟਰੋਗੇਸ਼ਨ। ਸੋ ਇੰਟਰੋਗੇਸ਼ਨ ਦਾ ਮਤਲਬ ਕੀ ਹੁੰਦਾ? ਬੇਸਿਕਲੀ ਟੂ ਆਸਕ ਕੁਐਸਚਨਸ। क्वेश्चन पूछे जाने उन्होंने आप इंटैरोगेशन कहने आ। ते इंटैरोगेशन जिहड़ा वर्ड हैगा वो नाउन है, पर इत्थे आपां नूं किहड़ा चाहीदा सी? एडजैक्टिव चाहीदा सी, तां आपां इंटैरोगेशन तो की कर दित्ता? इंटैरोगेटिव। इंपैरेटिव सेंटेंसेस की हुंदा है? देखो, डैक्लरेटिव विच आपां इनफॉर्मेशन प्रोवाइड कीती, इंटैरोगेटिव विच आपां इनफॉर्मेशन मंगी। हुण जरूरी नहीं हैगा कि आपां हमेशा इनफॉर्मेशन मंगीए ते इनफॉर्मेशन ही दईए। कई बारी की हुंदा है आपां होर चीज़ां भी करते हैं, आपां रिक्वेस्ट करते हैं। मैं तुहानूं कहा प्लीज़ मेरा यह काम कर दो, उत्थे मैं तुहानूं कोई जानकारी तो नहीं दे रहा, मैं तुहानूं ये तो नहीं कह रहा कि मैं अज यह काम कीता। मैं तुहानूं ये कह रहा कि प्लीज़ मेरा काम कर दो, भी यह चीज़ विच मैनूं तुहाडी हैल्प की जरूरत है। कई बारी ऑर्डर दिता जाता है कि यह काम करो, रिक्वेस्ट नहीं की जाती, ऑर्डर दिता जाता है। जिवें किसी बॉस ने अपने एम्पलॉय नूं कहा आह ईमेल सेंड करना है, तुसीं सेंड करो। ठीक है, उस केस में की होंगे? हम बॉस अपने इंपलॉय को रिक्वेस्ट नहीं करूगा कि हाँ जी प्लीज़ ईमेल सेंड कर दो, वो की कहूगा हाँ जी ईमेल सेंड करो, सीधा ऑर्डर दे दूगा। कई बार एडवाइस भी दी जाती है। एडवाइस किवें दी जाती है? मैनूं लगता है कि तुहानूं जॉब लई अपलाई करना चाहिए। हुण इत्थे आपां सलाह दे रहे हैं। रिक्वेस्ट का मतलब की हुंदा है? पंजाबी विच मैं लिखां तां बेनती। रिक्वेस्ट डिमांड इक्को चीज़ है। उस तो बाद ऑर्डर
ਆਰਡਰ ਹੁੰਦਾ ਨਿਰਦੇਸ਼, ਕਿਸੇ ਨੂੰ ਕੋਈ ਕੰਮ ਕਰਨ ਨੂੰ ਕਹਿਣਾ ਕਿ ਆਹ ਚੀਜ਼ ਭਾਈ ਤੂੰ ਕਰਨੀ ਕਰਨੀ ਹੈ। ਐਡਵਾਈਸ ਕੀ ਹੁੰਦਾ ਹੈ? ਸਲਾਹ। ਜਦੋਂ ਇਹਨਾਂ ਚੋਂ ਕੋਈ ਵੀ ਇੱਕ ਚੀਜ਼ ਕੀਤੀ ਜਾਂਦੀ ਹੈ ਤਾਂ ਉਹ ਸੈਂਟੈਂਸ ਨੂੰ ਇੰਪੈਰੇਟਿਵ ਸੈਂਟੈਂਸਸ ਕਹਿੰਦੇ ਆ। ਉਸ ਤੋਂ ਬਾਅਦ ਇਹਦੇ ਆਪਾਂ ਐਗਜ਼ਾਮਪਲਸ ਦੇਖ ਲੈਂਦੇ ਆ ਕੁਝ, ਜਿਵੇਂ ਪਲੀਜ਼ ਸਪੀਕ ਸੌਫਟਲੀ। ਆਪਾਂ ਕਿਸੇ ਨੂੰ ਬੇਨਤੀ ਕੀਤੀ, ਆਪਾਂ ਰਿਕੁਐਸਟ ਕੀਤੀ ਕਿ ਕਿਰਪਾ ਕਰਕੇ ਹੌਲੀ ਬੋਲੋ, ਆਰਾਮ ਨਾਲ ਬੋਲੋ, ਠੀਕ ਹੈ। ਇਹ ਆਪਣੀ ਰਿਕੁਐਸਟ ਹੋ ਗਈ। ਉਸ ਤੋਂ ਬਾਅਦ ਗੋ ਟੂ ਸਲੀਪ ਆਰਡਰ। ਤੁਸੀਂ ਫੋਨ ਵਰਤੀ ਜਾਂਦੇ ਹੋ, ਤੁਹਾਨੂੰ ਇੰਨੀ ਨੀਂਦ ਆ ਗਈ ਫੋਨ ਵਰਤਦਿਆਂ ਨੂੰ ਕਿ ਫੋਨ ਤੁਹਾਡੇ ਮੂੰਹ ਤੇ ਡਿੱਗ ਪਿਆ, ਤੁਹਾਡੇ ਘਰਦਿਆਂ ਨੇ ਦੇਖਿਆ, ਉਹਨਾਂ ਨੇ ਝਿੜਕਿਆ ਤੁਹਾਨੂੰ ਤੇ ਕਿਹਾ ਭਾਈ ਫੋਨ ਕਰੋ ਬੰਦ, ਸੌਂ ਜਾਓ। ਤਾਂ ਇਹ ਕੀ ਹੋ ਗਿਆ? ਇਹ ਆਰਡਰ ਹੋ ਗਿਆ। ਇੱਥੇ ਆਪਾਂ ਪਲੀਜ਼ ਨਹੀਂ ਨਾ ਲਗਾ ਰਹੇ, ਆਪਾਂ ਰਿਕੁਐਸਟ ਨਹੀਂ ਕਰ ਰਹੇ, ਆਪਾਂ ਸਿੱਧਾ ਕਹਿ ਰਹੇ ਹਾਂ ਭਾਜੀ ਸੌਂ ਜਾਓ ਤੁਸੀਂ ਹੁਣ ਬੱਚੋ। ਉਸ ਤੋਂ ਬਾਅਦ ਸਲਾਹ ਵੀ ਦੇ ਸਕਦੇ ਹਾਂ, ਵਰਕ ਹਾਰਡ ਇਫ ਯੂ ਵਾਂਟ ਟੂ ਸਕਸੀਡ। ਜੇ ਤੁਸੀਂ ਕਾਮਯਾਬ ਹੋਣਾ ਚਾਹੁੰਦੇ ਹੋ ਤਾਂ ਤੁਸੀਂ ਜ਼ਿਆਦਾ ਮਿਹਨਤ ਕਰੋ, ਸਖਤ ਮਿਹਨਤ ਕਰੋ, ਤਾਂ ਹੀ ਤੁਸੀਂ ਕਾਮਯਾਬ ਹੋ ਪਾਵੋਗੇ। ਤਾਂ ਇਹ ਕੀ ਆ ਆਪਣੀ? ਇਹ ਸਲਾਹ ਹੈ। ਤਾਂ ਇਹ ਸਾਰਾ ਜਿਹੜਾ ਸੀਗਾ ਉਹ ਇੰਪੈਰੇਟਿਵ ਵਿੱਚ ਆ ਜਾਂਦਾ ਹੈ। ਇਸ ਤੇ ਮੈਂ ਹੋਰ ਐਗਜ਼ਾਮਪਲ ਵੀ ਦਿੰਦਾ। ਇੱਥੇ ਤਾਂ ਇੰਜ ਹੈਗਾ ਨਾ ਕਿ ਮੈਂ ਵੱਖ-ਵੱਖ ਐਗਜ਼ਾਮਪਲ ਦਿੱਤੇ, ਬਟ ਕਈ ਵਾਰੀ ਆਪਾਂ ਇੱਕ ਗੱਲ ਨੂੰ ਵੀ ਇਹ ਸਾਰੇ ਤਰੀਕਿਆਂ ਨਾਲ ਕਹਿ ਸਕਦੇ ਹਾਂ। ਕਿਵੇਂ? ਪਲੀਜ਼ ਸ਼ਟ ਦਾ ਵਿੰਡੋ। ਮੰਨ ਕੇ ਚੱਲੋ ਮੈਂ ਕਿਸੇ ਨੂੰ ਖਿੜਕੀ ਬੰਦ ਕਰਨ ਨੂੰ ਕਹਿਣਾ, ਤਾਂ ਮੈਂ ਉਹਨੂੰ ਰਿਕੁਐਸਟ ਵੀ ਕਰ ਸਕਦਾ, ਪਲੀਜ਼ ਸ਼ਟ ਦਾ ਵਿੰਡੋ। ਉਸ ਤੋਂ ਬਾਅਦ ਮੈਂ ਆਰਡਰ ਵੀ ਦੇ ਸਕਦਾ ਸਿੱਧਾ, ਪਲੀਜ਼ ਲਾਵੇਂ ਨਾ, ਸ਼ਟ ਦਾ ਵਿੰਡੋ, ਨਿਰਦੇਸ਼ ਹੀ ਦਿੱਤਾ ਵੀ ਬਾਰੀ ਬੰਦ ਕਰ ਦਿਓ। ਤੇ ਲਾਸਟਲੀ ਮੈਂ ਐਡਵਾਈਸ ਵੀ ਦੇ ਸਕਦਾ, ਯੂ ਸ਼ੁੱਡ ਸ਼ਟ ਦਾ ਵਿੰਡੋ, ਤੁਹਾਨੂੰ ਵਿੰਡੋ ਬੰਦ ਕਰ ਦੇਣੀ ਚਾਹੀਦੀ ਹੈ। ਸੋ ਨਾਰਮਲੀ ਆਪਾਂ ਕਈ ਵਾਰੀ ਹੁੰਦਾ ਨਾ ਕਿ ਆਪਾਂ ਇੱਕੋ ਗੱਲ ਕਹਿੰਦੇ ਆ, ਕਿਸੇ ਬੰਦੇ ਨੇ ਤੁਹਾਨੂੰ ਸਲਾਹ ਦਿੱਤੀ ਕੋਈ, ਤਾਂ ਤੁਹਾਨੂੰ ਉਹਦੀ ਸਲਾਹ ਵਧੀਆ ਲੱਗੀ, ਪਰ ਕੋਈ ਬੰਦੇ ਨੇ ਉਹੀ ਗੱਲ ਕਹੀ ਪਰ ਤੁਹਾਡੇ 'ਚ ਖਾਮੀ ਕੱਢੀ। ਹੁਣ ਇੱਕ ਬੰਦੇ ਨੇ ਤੁਹਾਨੂੰ ਕਿਹਾ ਕਿ ਮੈਨੂੰ ਨਾ ਤੁਹਾਡਾ ਬੋਲਣ ਦਾ ਤਰੀਕਾ ਵਧੀਆ ਨਹੀਂ ਲੱਗਦਾ, ਤੇ ਦੂਸਰੇ ਬੰਦੇ ਨੇ ਕਿਹਾ ਤੁਹਾਨੂੰ ਆਪਣੇ ਬੋਲਣ ਦੇ ਤਰੀਕੇ ਨੂੰ ਸੁਧਾਰਨਾ ਚਾਹੀਦਾ ਹੈ, ਉਹਦੇ 'ਚ ਤੁਹਾਡਾ ਫਾਇਦਾ ਹੋਵੇਗਾ। ਆਪਾਂ ਨੂੰ ਕਿਹਦੀ ਗੱਲ ਵਧੀਆ ਲੱਗੂਗੀ? ਜਿਹਨੇ ਆਪਾਂ ਨੂੰ ਸਲਾਹ ਦਿੱਤੀ ਹੈ, ਜਿਹਨੇ ਆਪਾਂ ਆਪਣੇ ਵਿੱਚ ਕਮੀ ਕੱਢੀ ਹੈਗੀ ਆ, ਉਹਦੀ ਆਪਾਂ ਨੂੰ ਗੱਲ ਚੁਭੂਗੀ। ਪਰ ਜਿਹਨੇ ਆਪਾਂ ਨੂੰ ਸਲਾਹ ਦਿੱਤੀ ਆ, ਜਿਹਨੇ ਆਪਾਂ ਨੂੰ ਕਿਹਾ ਹੈ ਕਿ ਤੁਹਾਡਾ ਬੋਲਣ ਦਾ ਤਰੀਕਾ ਤੁਸੀਂ ਸੁਧਾਰ ਸਕਦੇ ਹੋ, ਇਹਦੇ ਨਾਲ ਤੁਹਾਡਾ ਫਾਇਦਾ ਹੋਵੇਗਾ, ਉਹਦੀ ਗੱਲ ਆਪਾਂ ਨੂੰ ਚੰਗੀ ਲੱਗੂਗੀ। ਸੋ ਆਪਾਂ ਕਹਿੰਦੇ ਨਾ ਕਈ ਕਈ ਵਾਰੀ ਆਪਾਂ ਕਹਿ ਦਿੰਦੇ ਹਾਂ ਕਿ ਹਾਂਜੀ ਇਹਦਾ ਬੋਲਣ ਦਾ ਤਰੀਕਾ ਬੜਾ ਵਧੀਆ, ਇਸ ਬੰਦੇ ਦੀ ਬੋਲੀ ਬੜੀ ਮਿੱਠੀ ਹੈ। ਹੁਣ ਉਹ ਜਿਸ ਦੀ ਆਪਾਂ ਕਹਿੰਦੇ ਹਾਂ ਬੋਲੀ ਬੜੀ ਮਿੱਠੀ ਹੈ, ਉਹ ਐਂ ਤਾਂ ਨਹੀਂ ਹੈਗਾ ਕੋਈ ਅਲੱਗ ਤਰ੍ਹਾਂ ਦੀਆਂ ਗੱਲਾਂ ਕਰਦਾ ਹੈ, ਅਜਿਹੀਆਂ ਗੱਲਾਂ ਕਰਦਾ ਹੈ ਜਿਹੜੀਆਂ ਹੋਰ ਲੋਕ ਕਰਦੇ ਨਹੀਂ ਹੈਗੇ। ਗੱਲਾਂ ਉਹ ਵੀ ਉਹੀ ਕਰਦਾ ਹੈ, ਪਰ ਉਹਦਾ ਬੋਲਣ ਦਾ ਤਰੀਕਾ ਅਲੱਗ ਆ। ਇੰਸਟੈਡ ਆਫ ਸੇਇੰਗ ਕਿ ਸ਼ਟ ਦਾ ਵਿੰਡੋ ਆਰਡਰ ਦੇਣ ਦੀ ਜਗ੍ਹਾ ਉਹ ਕੀ ਕਰਦਾ ਹੈ? ਰਿਕੁਐਸਟ ਕਰ ਦਿੰਦਾ ਹੈ, ਪਲੀਜ਼ ਲਗਾ ਦਿੰਦਾ ਹੈ ਅੱਗੇ। ਸੋ ਬੋਲਚਾਲ ਜਿਹੜੀ ਤੁਹਾਡੀ ਹੈਗੀ ਆ, ਉਹ ਇੰਪੈਰੇਟਿਵ ਸੈਂਟੈਂਸਸ ਦੇ ਬੇਸਿਸ ਉੱਤੇ ਕਾਫੀ ਚੇਂਜ ਹੋ ਸਕਦੀ ਹੈ। ਲੋਕ ਤੁਹਾਨੂੰ ਕਿਵੇਂ ਦੇਖਦੇ ਆ ਉਹ ਕਾਫੀ ਚੇਂਜ ਹੋ ਸਕਦਾ ਹੈ ਜੇ ਤੁਸੀਂ ਆਰਡਰ ਦੇਣ ਦੀ ਜਗ੍ਹਾ ਉੱਤੇ ਰਿਕੁਐਸਟ ਕਰਨ ਲੱਗ ਜਾਓ। ਸੋ ਇਹ ਤਿੰਨ ਤਰ੍ਹਾਂ ਦੇ ਆਪਣੇ ਸੈਂਟੈਂਸਸ ਹੋ ਗਏ ਨੇ। ਇਨਫੋਰਮੇਸ਼ਨ ਮੰਗਣੀ, ਇੰਟਰੋਗੇਟਿਵ, ਇਨਫੋਰਮੇਸ਼ਨ ਦੇਣੀ, ਡਿਕਲੇਰੇਟਿਵ, ਤੇ ਕੋਈ ਰਿਕੁਐਸਟ ਕਰਨੀ, ਆਰਡਰ ਦੇਣਾ ਹੈਗਾ, ਜਾਂ ਫਿਰ ਆਪਾਂ ਕੋਈ ਸਲਾਹ ਦੇਣੀ ਕਿਸੇ ਨੂੰ, ਉਹ ਕੀ ਹੋ ਗਏ ਆਪਣੇ ਸਾਰੇ ਇੰਪੈਰੇਟਿਵ ਸੈਂਟੈਂਸਸ। ਹੁਣ ਆਪਣੀ ਇੱਕ ਟਾਈਪ ਹੋਰ ਰਹਿ ਗਈ ਆ, ਉਹ ਹੈਗੀ ਆ ਐਕਸਕਲਾਮੇਟਰੀ ਸੈਂਟੈਂਸਸ। ਐਕਸਕਲਾਮੇਟਰੀ ਦਾ ਮਤਲਬ ਕੀ ਹੁੰਦਾ ਹੈ? ਜਿਹਦੇ ਵਿੱਚ ਐਕਸਕਲਾਮੇਸ਼ਨ ਮਾਰਕ ਹੋਵੇ। ਆ ਜਿਹੜਾ ਪਿਛਲਾ ਮਾਰਕ ਹੈਗਾ ਨਾ, ਇਹਨੂੰ ਆਪਾਂ ਐਕਸਕਲਾਮੇਸ਼ਨ ਮਾਰਕ ਕਹਿੰਦੇ ਆ, ਇਹਨੂੰ ਵੀ ਆਪਾਂ ਐਕਸਕਲਾਮੇਸ਼ਨ ਮਾਰਕ ਕਹਿੰਦੇ ਆ। ਤੇ ਐਕਸਕਲਾਮੇਸ਼ਨ ਮਾਰਕ ਕਦੋਂ ਲੱਗਦਾ ਹੁੰਦਾ ਹੈ? ਜਦੋਂ ਆਪਾਂ ਸਰਪ੍ਰਾਈਜ਼ ਸ਼ੋ ਕਰਨਾ ਹੋਵੇ ਜਾਂ ਕੋਈ ਸਟਰੋਂਗ ਫੀਲਿੰਗਸ ਸ਼ੋ ਕਰਨੀਆਂ ਹੋਣ। ਤੁਸੀਂ ਹੈਰਾਨ ਹੋਗੇ ਕੋਈ ਚੀਜ਼ ਨੂੰ ਦੇਖ ਕੇ, ਹੁਣ ਤੁਸੀਂ ਇਹ ਸ਼ੋ ਕਰਨਾ ਚਾਹੁੰਦੇ ਆ ਆਪਣੀ ਲਿਖਤ ਵਿੱਚ, ਆਪਣੇ ਲਿਖਣ ਵਿੱਚ ਸ਼ੋ ਕਰਨਾ ਚਾਹੁੰਦੇ ਆ ਕਿ ਅਸੀਂ ਨਾ ਇਸ ਚੀਜ਼ ਨੂੰ ਦੇਖ ਕੇ ਹੈਰਾਨ ਸੀਗੇ, ਜਾਂ ਸਾਨੂੰ ਬੜਾ ਜ਼ਿਆਦਾ ਇਮੋਸ਼ਨ ਫੀਲ ਹੋਇਆ ਇਹ ਚੀਜ਼ ਦੇਖ ਕੇ। ਇਨ ਦੈਟ ਕੇਸ ਆਪਾਂ ਕੀ ਕਰਾਂਗੇ? ਐਕਸਕਲਾਮੇਟਰੀ ਸੈਂਟੈਂਸਸ ਦੀ ਵਰਤੋਂ ਕਰਾਂਗੇ। ਤੇ ਇਹ ਸੈਂਟੈਂਸਸ ਦੀ ਜਦੋਂ ਆਪਾਂ ਵਰਤੋਂ ਕਰਦੇ ਹਾਂ ਤਾਂ ਉਦੋਂ ਆਪਾਂ ਕੋਈ ਨਾ ਕੋਈ ਇਮੋਸ਼ਨਸ ਵਗੈਰਾ ਸ਼ੋ ਕਰਦੇ ਹਾਂ, ਜਿਵੇਂ ਹਾਊ ਹੌਟ ਇਟ ਇਜ਼। ਠੀਕ ਹੈ, ਹੁਣ ਮੈਂ ਇਦਾਂ ਵੀ ਕਹਿ ਸਕਦਾ ਸੀ ਇਟ ਇਜ਼ ਵੈਰੀ ਹੌਟ। ਫਿਰ ਕੀ ਹੋਣਾ? ਮੈਂ ਜਾਣਕਾਰੀ ਦੇ ਰਿਹਾ ਹੋਣਾ ਸੀਗਾ, ਮੈਂ ਕੋਈ ਗੱਲ ਕਹਿ ਰਿਹਾ ਹੋਣਾ ਸੀਗਾ ਕਿ ਅੱਜ ਨਾ ਬੜੀ ਗਰਮੀ ਹੈ, ਇਟ ਇਜ਼ ਵੈਰੀ ਹੌਟ, ਬੜੀ ਗਰਮੀ ਹੈ। ਤੇ ਜੇ ਮੈਂ ਇਹੀ ਚੀਜ਼ ਇਮੋਸ਼ਨਸ ਦੇ ਨਾਲ ਸ਼ੋ ਕਰਨਾ ਚਾਹਣਾ, ਯਾਰ ਕਿੰਨੀ ਗਰਮੀ ਹੈ, ਆਪਾਂ ਕਹਿ ਦਿੰਦੇ ਆ ਨਾ ਕਈ ਵਾਰੀ ਅੱਜ ਤਾਂ ਬੜੀ ਗਰਮੀ ਹੈ। ਆਪਾਂ ਹੁਣ ਉੱਥੇ ਇਮੋਸ਼ਨ ਸ਼ੋ ਕਰ ਰਹੇ ਹਾਂ ਆਪਣਾ ਕਿ ਅੱਜ ਬੜੀ ਗਰਮੀ ਹੈ, ਅੱਜ ਕਿੰਨੀ ਗਰਮੀ ਹੈ। ਤੇ ਇੱਥੇ ਆਪਾਂ ਕੀ ਕਹਿ ਰਹੇ ਹਾਂ? ਅੱਜ ਕਿੰਨੀ ਗਰਮੀ ਹੈ। ਤੇ ਇੱਥੇ ਆਪਾਂ ਕੀ ਕਹਿੰਦੇ ਆ? ਅੱਜ what it is today ਲਿਖ ਲੈਂਦੇ ਆਪਾਂ,
ताकि अपना सेंटेंस पूरा हो जाए प्रॉपर। अज बहुत गर्मी है। ਇੱਥੇ ਆਪਾਂ ਗੱਲ ਕਰ ਰਹੇ ਹਾਂ, ਇੱਥੇ ਆਪਾਂ ਇਮੋਸ਼ਨ ਸ਼ੋ ਕਰ ਰਹੇ ਹਾਂ, ਤਾਂ ਦੋਵਾਂ ਦਾ ਇਹ ਫਰਕ ਆ। ਉਹੀ ਚੀਜ਼ ਉਹ ਵਾਟ ਏ ਮੈਚ, ਕੋਈ ਮੈਚ ਹੋਇਆ, ਕ੍ਰਿਕਟ ਦਾ ਮੈਚ ਹੋਇਆ, ਹਾਕੀ ਦਾ ਮੈਚ ਹੋਇਆ, ਜਿਵੇਂ ਜਰਮਨੀ ਨੂੰ ਹਰਾਇਆ ਹੈਗਾ ਇੰਡੀਆ ਨੇ ਕੱਲ ਹੀ ਮੇਰਾ ਖਿਆਲ, ਉਹ ਇਨਫੋਰਮੇਸ਼ਨ ਉਹਦੇ ਵਿੱਚ ਆਪਾਂ ਕੀ ਕਵਾਂਗੇ ਕਿ ਹਾਂਜੀ ਕਿੰਨਾ ਵਧੀਆ ਮੈਚ ਸੀਗਾ, ਕਿਉਂਕਿ ਉਹ ਮੈਚ ਬੜਾ ਕਲੋਜ਼ ਸੀਗਾ। ਇੰਡੀਆ ਦੇ 5 ਗੋਲ ਸੀਗੇ, ਆਪਣੇ 4 ਗੋਲ ਸੀਗੇ। ਤਾਂ ਅਜਿਹੇ ਮੈਚ ਨੂੰ ਦੇਖ ਕੇ ਆਪਾਂ ਕੀ ਕਵਾਂਗੇ ਕਿ ਯਾਰ ਕਿੰਨਾ ਵਧੀਆ ਮੈਚ ਸੀਗਾ। ਹੁਣ ਇਸ ਚੀਜ਼ ਨੂੰ ਆਪਾਂ ਇਦਾਂ ਵੀ ਕਹਿ ਸਕਦੇ ਹਾਂ, ਇਟ was a good match। ਫਿਰ ਇਹ ਸੈਂਟੈਂਸ ਕਿਹੜਾ ਹੋ ਜਾਊਗਾ, ਡੈਕਲੇਰੇਟਿਵ ਸੈਂਟੈਂਸ ਹੋ ਜਾਊਗਾ, ਕਿਉਂਕਿ ਆਪਾਂ ਇਨਫੋਰਮੇਸ਼ਨ ਦੇ ਰਹੇ ਹਾਂ ਕਿ ਹਾਂਜੀ ਵਧੀਆ ਮੈਚ ਸੀਗਾ। ਬਟ ਜੇ ਆਪਾਂ ਇਮੋਸ਼ਨਸ ਨਾਲ ਉਹੀ ਚੀਜ਼ ਸ਼ੋ ਕਰਨਾ ਚਾਹੁੰਦੇ ਹਾਂ ਤਾਂ ਫਿਰ ਆਪਾਂ ਕਿਵੇਂ ਲਿਖਾਂਗੇ, ਉਹ ਵਾਟ ਏ ਮੈਚ। ਅੱਜ ਸੀ ਮੈਚ ਮਾਰਨਿੰਗ, ਰਵੀਨਾ ਨੇ ਕਿਹਾ ਮੈਚ ਅੱਜ ਸੀਗਾ ਮਾਰਨਿੰਗ। ਸੌਰੀ ਮੈਂ ਮੈਚ ਦੇਖਿਆ ਨਹੀਂ ਹੈਗਾ, ਮੈਂ ਸਿਰਫ ਨਿਊਜ਼ ਪੜ੍ਹਦਾ ਹੁੰਦਾ, ਤਾਂ ਮੈਨੂੰ ਲੱਗਿਆ ਕਿਤੇ ਕੱਲ ਸੀਗਾ। ਸੌਰੀ ਰਵੀਨਾ, ਮੈਂ 올림픽ਸ ਦੇਖ ਨਹੀਂ ਪਾ ਰਿਹਾ, ਆ ਤੁਹਾਡੀਆਂ ਕਲਾਸਿਸ ਦੇ ਚੱਕਰ 'ਚ ਸਾਰਾ ਦਿਨ ਆ ਬਣਾਉਣ 'ਚ ਲੰਘ ਜਾਂਦਾ ਹੈ, ਸਾਰੀ ਰਾਤ ਐਡੀਟਿੰਗ ਵਿੱਚ ਲੰਘ ਜਾਂਦੀ ਹੈ, ਤਾਂ ਉਸ ਚੱਕਰ 'ਤੇ ਦੇਖ ਨਹੀਂ ਪਾ ਰਿਹਾ। ਪਰ ਕੋਈ ਨਾ, ਮੈਂ ਹਾਈਲਾਈਟਸ ਦੇਖੂੰਗਾ, ਕੋਈ ਦਿੱਕਤ ਨਹੀਂ ਹੈਗੀ। ਪਿੰਦਰ ਕਹਿ ਰਿਹਾ ਕਿ ਪੰਜਾਬ ਦਾ ਹੀ ਸੀਗਾ ਮੈਚ, ਇੰਡੀਆ ਦਾ ਇੰਡੀਆ ਦੇ ਪਲੇਅਰ ਹੈ ਨਹੀਂ ਸੀ ਉਹਦੇ 'ਚ, ਪੰਜਾਬ ਦੇ ਹੀ ਸੀਗੇ। ਗੱਲ ਸਹੀ ਵੀ ਹੈਗੀ ਆ ਕਿਸੇ ਹੱਦ ਤੱਕ, ਕਿ ਜ਼ਿਆਦਾਤਰ ਪਲੇਅਰ ਜਿਹੜੇ ਸੀਗੇ ਪੰਜਾਬ ਦੇ ਹੀ ਸੀਗੇ। ਉਹ ਇੰਡੀਆ ਦਾ ਮੈਚ ਘੱਟ ਸੀਗਾ, ਪੰਜਾਬ ਦਾ ਜ਼ਿਆਦਾ ਸੀਗਾ। ਗੋਲ ਵੀ ਜ਼ਿਆਦਾਤਰ ਮੇਰਾ ਖਿਆਲ ਪੰਜਾਬੀਆਂ ਨੇ ਕੀਤੇ ਆ। ਮੇਰੇ ਤੋਂ ਤਾਂ ਅੱਜ ਕੱਲ੍ਹ ਕੁਝ ਦੇਖਿਆ ਨਹੀਂ ਜਾ ਰਿਹਾ। ਮੈਂ ਕ੍ਰਿਕਟ ਦੇਖਣ ਦਾ ਮੈਨੂੰ ਥੋੜਾ ਜਿਹਾ ਸ਼ੌਂਕ ਹੈਗਾ, ਟੈਸਟ ਮੈਚਸ ਵਗੈਰਾ 2020 ਦਾ ਇੰਨਾ ਹੈ ਨਹੀਂਗਾ, ਤਾਂ ਉਹ ਵੀ ਚੱਲ ਰਹੇ ਆ, ਮੈਂ ਦੇਖ ਨਹੀਂ ਪਾ ਰਿਹਾ, ਸਮਾਂ ਨਹੀਂ ਹੈਗਾ। ਪਰ ਕੋਈ ਨਾ, ਦੇਖਾਂਗੇ। 올림픽ਸ ਮੈਂ ਬੜਾ ਮਿਸ ਕਰ ਰਿਹਾ, ਮੈਨੂੰ ਬੜਾ ਸ਼ੌਂਕ ਹੁੰਦਾ ਸੀਗਾ ਦੇਖਣ ਦਾ, ਪਰ 올림픽ਸ ਇਸ ਵਾਰ ਦੇਖਿਆ ਨਹੀਂ ਜਾ ਰਿਹਾ, ਉਹ ਮੈਨੂੰ ਥੋੜਾ ਜਿਹਾ ਦੁੱਖ ਵੀ ਹੈਗਾ ਉਸ ਚੀਜ਼ ਦਾ। ਮੀਟਿੰਗ ਆਪਣਾ ਐਂਡ ਕਰਨ ਦਾ ਟਾਈਮ ਹੋ ਗਿਆ, ਮੈਂ ਨਾਲੋਂ ਨਾਲ ਦੂਸਰੀ ਜੁਆਇਨ ਕਰ ਦਿੰਦਾ, ਠੀਕ ਹੈ ਜੀ। ਤੇ ਫਿਰ ਆਪਾਂ ਅੱਗੇ ਗੱਲਾਂ ਕਰਦੇ ਹਾਂ। ਥੋੜਾ ਜਿਹਾ ਟੌਪਿਕ ਰਹਿ ਗਿਆ, ਫਿਰ ਗੱਲਾਂ ਹੀ ਕਰਾਂਗੇ ਆਪਾਂ, ਕੋਈ ਦਿੱਕਤ ਨਹੀਂ ਹੈਗੀ। ਤੁਹਾਡੀ ਜਿਹੜੀ ਪਹਿਲੀ ਐਕਸਰਸਾਈਜ਼ ਹੋਊਗੀ, ਜੋ ਮੈਂ ਤੁਹਾਨੂੰ ਸੈਂਡ ਕਰੂੰਗਾ ਹੁਣ ਗਰੁੱਪ ਦੇ ਵਿੱਚ, PDF ਫਾਈਲ ਮੈਂ ਤੁਹਾਨੂੰ ਸੈਂਡ ਕਰ ਦੂੰਗਾ, ਇਹ ਤੁਸੀਂ ਕਰਨੀ ਹੈ। ਕੱਲ ਨੂੰ ਫਿਰ ਆਪਾਂ ਇਸ ਦੀ ਡਿਸਕਸ਼ਨ ਕਰਾਂਗੇ। ਸ਼ੀ ਵਾਸ ਵਾਚਿੰਗ ਟੈਲੀਵਿਜ਼ਨ, ਆਪਾਂ ਇਹਨਾਂ ਵਿੱਚ ਕੀ ਕਰਨਾ, ਸਾਰਿਆਂ ਨੂੰ ਨੈਗੇਟਿਵ ਬਣਾਉਣਾ ਹੈ। ਤਾਂ ਮੈਂ ਸਾਰਿਆਂ ਦੇ 2-2 ਐਗਜ਼ਾਮਪਲ ਤੁਹਾਨੂੰ ਕਰਕੇ ਦਿਖਾ ਦਿੰਦਾ, ਬਾਕੀ ਤੁਸੀਂ ਆਪੇ ਸੋਚ ਕੇ ਕਰਨੀ ਹੈ। ਜਿਵੇਂ ਸ਼ੀ ਵਾਸ ਵਾਚਿੰਗ ਟੈਲੀਵਿਜ਼ਨ, ਸ਼ੀ ਵਾਸ not watching television, she wasn't watching television, ਇਦਾਂ ਵੀ ਲਿਖ ਸਕਦੇ ਹਾਂ ਜੇ ਆਪਾਂ ਛੋਟਾ ਕਰਕੇ ਲਿਖਣਾ ਹੈਗਾ, ਬਾਕੀ ਨਹੀਂ ਤਾਂ ਇਦਾਂ ਲਿਖਿਆ ਜਾ ਸਕਦਾ। ਆਪਾਂ ਇਹਨਾਂ ਨੂੰ ਕੀ ਕੀਤਾ, ਨੈਗੇਟਿਵ ਕਰ ਦਿੱਤਾ। ਉਸ ਤੋਂ ਬਾਅਦ I like to read, I do not like to read। ਹੁਣ ਕਈਆਂ ਵਿੱਚ do ਦੀ ਜਗ੍ਹਾ does ਆਊਗਾ, did ਆਊਗਾ, ਉਹ ਤੁਸੀਂ ਆਪਣੀ ਅੰਡਰਸਟੈਂਡਿੰਗ ਦੇ ਹਿਸਾਬ ਨਾਲ ਜਿਵੇਂ ਵੀ ਤੁਹਾਨੂੰ ਸਹੀ ਲੱਗਦਾ ਹੈਗਾ ਤੁਸੀਂ ਕਰਨਾ ਹੈਗਾ, ਸੋਚ ਕੇ ਕਰਨਾ ਹੈ। ਮੈਨੂੰ ਕੋਈ ਦਿੱਕਤ ਨਹੀਂ ਹੈ ਕਿ ਤੁਹਾਡੇ 12 ਦੇ 12 ਵੀ ਗਲਤ ਹੋ ਜਾਣ, ਮੈਂ 12 ਦੇ 12 ਸਮਝਾ ਦੂੰਗਾ, ਐਸ ਲੌਂਗ ਐਸ ਤੁਸੀਂ ਸੋਚ ਕੇ ਕਰ ਰਹੇ ਹੋ, ਤੁੱਕਾ ਨਹੀਂ ਲਾ ਰਹੇ। ਉਸ ਤੋਂ ਬਾਅਦ ਬੀ ਐਕਸਰਸਾਈਜ਼ ਵਿੱਚ ਕੀ ਹੈਗਾ, ਆਪਾਂ ਸੈਂਟੈਂਸਸ ਨੂੰ ਰੀਅਰੇਂਜ ਕਰਨਾ। ਫਰੇਸਸ ਨੇ, ਵਰਡਸ ਦਿੱਤੇ ਹੋਏ ਨੇ ਕਾਫੀ, ਉਹਨਾਂ ਨੂੰ ਆਪਾਂ ਰੀਅਰੇਂਜ ਕਰਨਾ ਤੇ ਇਸ ਹਿਸਾਬ ਨਾਲ ਲਿਖਣਾ ਹੈ ਕਿ ਉਹਨਾਂ ਦੀ ਇੱਕ ਸੈਂਸ ਬਣਨ ਲੱਗ ਜੇ। ਚੈਟ 'ਚ ਕਿਸੇ ਦਾ ਮੈਸੇਜ ਆਇਆ, ਮੈਂ ਦੇਖਦਾ ਹਾਂ। ਸਰ ਵਿਲ ਯੂ ਸੈਂਡ ਦਿਸ ਐਕਸਰਸਾਈਜ਼, ਹਾਂਜੀ ਮੈਂ ਗਰੁੱਪ ਵਿੱਚ ਐਕਸਰਸਾਈਜ਼ ਇਹ ਸੈਂਡ ਕਰੂੰਗਾ। ਤੁਹਾਨੂੰ ਕੋਈ ਵੀ ਨੋਟ ਲੈਣ ਦੀ ਜ਼ਰੂਰਤ ਨਹੀਂ ਹੈਗੀ, ਠੀਕ ਆ। ਇੱਥੇ ਤੁਸੀਂ ਜੇ ਨੋਟਸ ਲੈ ਰਹੇ ਹੋ ਤਾਂ ਲੈਣ ਦੀ ਜ਼ਰੂਰਤ ਨਹੀਂ ਹੈਗੀ, ਤੁਸੀਂ ਸਿਰਫ ਸਮਝਣ ਦਾ ਧਿਆਨ ਦਿਓ ਜਦੋਂ ਮੈਂ ਕਲਾਸ ਲੈ ਰਿਹਾ। ਸਿਰਫ ਇੱਥੇ ਨਹੀਂ ਮੈਂ ਇਹ ਗੱਲ ਕਰ ਰਿਹਾ, ਜੇ ਤੁਸੀਂ ਸਟੂਡੈਂਟ ਹੋ ਜਿਵੇਂ ਜਸਰਾਜ, ਗੋਲਡ, ਨਾਜ਼, ਤੁਸੀਂ ਸਕੂਲ ਵਿੱਚੋਂ ਹਾਲੇ, ਤਾਂ ਜੇ ਤੁਸੀਂ ਹੁਣੇ ਤੋਂ ਇਹ ਆਦਤ ਪਾ ਲੈਂਦੇ ਹੋ ਤਾਂ ਤੁਹਾਡੇ ਲਈ ਬੜਾ ਚੰਗਾ ਹੋਊਗਾ। ਨਾਰਮਲੀ ਕੀ ਹੁੰਦਾ ਹੈ ਕਿ ਕਾਫੀ ਬੱਚੇ ਚੀਜ਼ਾਂ ਨੂੰ ਸਮਝ ਨਹੀਂ ਪਾਉਂਦੇ, ਸਿਰਫ ਇਸ ਕਰਕੇ ਕਿ ਜਦੋਂ ਟੀਚਰ ਬੋਲ ਰਿਹਾ ਹੁੰਦਾ ਉਹ ਸੁਣਦੇ ਹੀ ਨਹੀਂ ਹੈਗੇ, ਉਹਨਾਂ ਦਾ ਧਿਆਨ ਕਾਹਦੇ ਵਿੱਚ ਹੁੰਦਾ, ਨੋਟਸ ਲੈਣ ਵਿੱਚ। ਜੋ ਜੇ ਇੱਥੇ ਕੋਈ ਕਾਲਜ ਵਿੱਚ ਸਟੂਡੈਂਟ ਹੈਗਾ, ਯੂਨੀਵਰਸਿਟੀ ਵਿੱਚ ਵੀ ਹੈਗਾ ਹੈ, ਜਦੋਂ ਟੀਚਰ ਬੋਲ ਰਿਹਾ ਹੈ, ਜਦੋਂ ਤੁਹਾਡਾ ਲੈਕਚਰਰ ਬੋਲ ਰਿਹਾ ਹੈ ਜਾਂ ਪ੍ਰੋਫੈਸਰ ਤੁਹਾਡਾ ਬੋਲ ਰਿਹਾ ਹੈ, ਉਸਨੂੰ ਸੁਣੋ ਪਹਿਲਾਂ, ਉਸ ਦੀ ਗੱਲ ਨੂੰ ਸਮਝੋ, ਉਸ ਤੋਂ ਬਾਅਦ ਨੋਟ ਲਓ। ਕਿਉਂਕਿ ਹੁੰਦਾ ਕੀ ਹੈ ਨਾ, ਆਪਣੇ ਦਿਮਾਗ ਨੂੰ ਥੋੜਾ ਜਿਹਾ ਸਮਾਂ ਚਾਹੀਦਾ ਹੁੰਦਾ ਹੈ ਗੱਲ ਨੂੰ ਰਜਿਸਟਰ ਕਰਨ ਲਈ। ਤੁਸੀਂ ਮੇਰੀ ਗੱਲ ਸੁਣ ਲਈ, ਤੁਹਾਨੂੰ ਲੱਗਿਆ ਮੈਨੂੰ ਸਮਝ ਆ ਗਈ, ਤੁਹਾਨੂੰ ਸਮਝ ਆ ਵੀ ਜਾਂਦੀ ਹੈ, ਪਰ ਬਾਅਦ ਚ ਤੁਸੀਂ ਭੁੱਲ ਜਾਂਦੇ ਹੋ, ਕਿਉਂਕਿ ਉਹ ਜਿਹੜਾ ਰਜਿਸਟਰ ਕਰਨ ਦਾ ਸਮਾਂ ਸੀਗਾ, ਦਿਮਾਗ 'ਚ ਬਿਠਾਉਣ ਦਾ ਸਮਾਂ ਸੀਗਾ, ਉਹ ਤੁਸੀਂ ਆਪਣੇ ਆਪ ਨੂੰ ਦਿੱਤਾ ਨਹੀਂ। ਆਮ ਤੌਰ ਉੱਤੇ ਤੁਸੀਂ ਕਈ ਸਟੂਡੈਂਟਸ ਨੂੰ ਕਹਿੰਦੇ ਸੁਣਿਆ ਹੋਣਾ ਕਿ ਕਲਾਸ 'ਚ ਤਾਂ ਸਾਰਾ ਕੁਝ ਸਮਝ ਆ ਜਾਂਦਾ, ਪੇਪਰ ਵੇਲੇ ਭੁੱਲ ਜਾਂਦੇ ਆ, ਕਲਾਸ 'ਚ ਤਾਂ ਸਮਝ ਆ ਜਾਂਦਾ, ਟੈਸਟ ਵੇਲੇ ਨੰਬਰ ਹੀ ਨਹੀਂ ਆਉਂਦੇ, ਪਤਾ ਨਹੀਂ ਕੀ ਗੱਲ ਆ। ਜਿਹੜੀਆਂ ਸਾਰੀਆਂ ਗੱਲਾਂ ਕਿਉਂ ਹੁੰਦੀਆਂ ਹੈ, ਕਿਉਂਕਿ ਆਪਾਂ ਆਪਣੇ ਆਪ ਨੂੰ ਸਮਾਂ ਨਹੀਂ ਦਿੰਦੇ ਹੈਗੇ ਸੁਣ ਕੇ ਸਮਝਣ ਦਾ, ਦਿਮਾਗ 'ਚ ਬਿਠਾਉਣ ਦਾ। ਰਵੀਨਾ ਦਾ ਮੈਸੇਜ ਆਇਆ, ਅੱਛਾ ਤੁਸੀਂ ਟੀਚਰ ਹੋ ਮੈਥ ਦੇ,
ਤਾਂ ਇਹ ਚੀਜ਼ ਆਪਣੇ ਬੱਚਿਆਂ ਨੂੰ ਦੱਸ ਦਿਓ ਕਿ ਪਹਿਲਾਂ ਤੁਸੀਂ ਸਮਝਿਆ ਕਰੋ, ਸਿੱਧਾ ਨਹੀਂ ਹੈ ਇਹ ਹੈਗਾ ਕਿ ਕਾਪੀ ਤੇ ਨੋਟਸ ਲੈਣ ਲੱਗ ਗਏ, ਤੁਸੀਂ ਮੈਥ ਦਾ ਸਵਾਲ ਸੋਲਵ ਕਰ ਰਹੇ ਹੋ ਤੇ ਨਾਲੋਂ ਨਾਲ ਬੱਚੇ ਉਧਰ ਕਾਪੀ ਤੇ ਲਿਖਣ ਲੱਗ ਗਏ, ਉਹਨਾਂ ਨੇ ਸਮਝਿਆ ਹੀ ਨਹੀਂ ਹੈਗਾ। ਮੈਂ ਨਾ ਮੈਥਮੈਟਿਕਸ ਤੇ ਗ੍ਰਾਮਰ ਨੂੰ ਦੋਵਾਂ ਨੂੰ ਇੱਕੋ ਤਰ੍ਹਾਂ ਦੇ ਸਬਜੈਕਟ ਮੰਨਦਾ, ਇੰਗਲਿਸ਼ ਗ੍ਰਾਮਰ ਹੋ ਗਈ ਜਾਂ ਕੋਈ ਵੀ ਲੈਂਗੁਏਜ ਦੀ ਗ੍ਰਾਮਰ ਹੋ ਗਈ ਤੇ ਮੈਥਮੈਟਿਕਸ। ਹੁਣ ਇਹਦੇ ਵਿੱਚ ਦੋਵਾਂ ਚੀਜ਼ਾਂ ਵਿੱਚ ਕੀ ਹੈ ਕਿ ਇੱਕ ਰੂਲਸ ਨੇ। ਗ੍ਰਾਮਰ ਜਦੋਂ ਆਪਾਂ ਸਿੱਖਦੇ ਹਾਂ ਬੇਸਿਕਲੀ ਆਪਾਂ ਰੂਲਸ ਸਿੱਖ ਰਹੇ ਹਾਂ ਕਿ ਕਿਵੇਂ ਆਪਾਂ ਸੈਂਟੈਂਸ ਬਣਾਉਣੇ ਆ, ਕਿਵੇਂ ਆਪਾਂ ਸੈਂਟੈਂਸ ਨਹੀਂ ਬਣਾਉਣੇ ਹੈਗੇ। ਮੈਥਮੈਟਿਕਸ ਵਿੱਚ ਵੀ ਉਹੀ ਚੀਜ਼ ਆ, ਫਾਰਮੂਲਾਸ ਨੇ, ਰੂਲਸ ਨੇ। ਜੇ ਤੁਸੀਂ ਉਹ ਫਾਰਮੂਲਾਸ ਨੂੰ ਫੋਲੋ ਕਰੋਗੇ ਤਾਂ ਤੁਹਾਡਾ ਸਵਾਲ ਸਹੀ ਹੋ ਜਾਊਗਾ, ਜੇ ਤੁਸੀਂ ਉਹ ਰੂਲਸ ਨੂੰ ਫੋਲੋ ਕਰੋਗੇ ਤਾਂ ਤੁਹਾਡਾ ਸਵਾਲ ਸਹੀ ਹੋ ਜਾਊਗਾ। ਹੁਣ ਜਿਹੜੀ ਆਹ ਕਲਾਸਿਸ ਤੁਹਾਡੀਆਂ ਲੱਗ ਰਹੀਆਂ ਨੇ, ਜੋ ਮੈਂ ਤੁਹਾਨੂੰ ਚੀਜ਼ਾਂ ਸਮਝਾ ਰਿਹਾ, ਮੈਂ ਤੁਹਾਨੂੰ ਦੱਸਦਾ ਕਿ ਸਬਜੈਕਟ ਕੀ ਹੁੰਦਾ ਹੈ, ਪ੍ਰੈਡੀਕੇਟ ਕੀ ਹੁੰਦਾ ਹੈ, ਇਹ ਚੀਜ਼ਾਂ ਮੈਂ ਤੁਹਾਨੂੰ ਦੱਸ ਦਿੱਤੀਆਂ, ਤੁਹਾਨੂੰ ਸਮਝ ਵੀ ਆ ਗਈਆਂ। ਕਈ ਬੱਚੇ ਹੁੰਦੇ ਨਾ, ਉਹਨਾਂ ਨੂੰ ਫਾਰਮੂਲਾ ਤਾਂ ਆਉਂਦਾ ਹੁੰਦਾ ਬਟ ਉਹਨਾਂ ਦੇ ਆਨਸਰ ਨਹੀਂ ਸਹੀ ਹੁੰਦੇ। ਰਵੀਨਾ ਤੁਸੀਂ ਖਾਸ ਤੌਰ ਉੱਤੇ ਦੇਖਿਆ ਹੋਊਗਾ, ਬੱਚਿਆਂ ਦਾ ਫਾਰਮੂਲਾ ਸਹੀ ਹੋਊ, ਪਹਿਲਾ ਸਟੈਪ ਸਹੀ ਹੋਊਗਾ, ਬਾਕੀ ਉਹਨਾਂ ਦਾ ਸਾਰਾ ਸਵਾਲ ਗਲਤ ਹੋਊਗਾ। ਉਹ ਕਿਉਂ ਹੁੰਦਾ ਹੈ? ਕਿਉਂਕਿ ਉਹਨਾਂ ਨੇ ਫਾਰਮੂਲਾ ਤਾਂ ਸਿੱਖ ਲਿਆ ਪਰ ਉਹਨਾਂ ਨੇ ਉਨੀ ਪ੍ਰੈਕਟਿਸ ਨਹੀਂ ਕੀਤੀ ਕਿ ਉਹ ਚੀਜ਼ ਉਹਨਾਂ ਦੇ ਦਿਮਾਗ 'ਚ ਬਹਿ ਜਾਵੇ। ਹੁਣ ਜੋ ਮੈਂ ਤੁਹਾਨੂੰ ਕਲਾਸਿਸ ਲਗਾ ਰਿਹਾ, ਇੱਥੇ ਤੁਸੀਂ ਚੀਜ਼ਾਂ ਨੂੰ ਸਮਝ ਆਓਗੇ ਬਟ ਇਹ ਤੁਹਾਡੇ ਦਿਮਾਗ ਵਿੱਚ ਹੌਲੀ ਹੌਲੀ ਤਾਂ ਬੈਠਣਗੀਆਂ ਜੇ ਤੁਸੀਂ ਇਹਨਾਂ ਦੀ ਪ੍ਰੈਕਟਿਸ ਕਰੋਗੇ। ਸੋ ਇਹ ਜਿਹੜੀ ਐਕਸਰਸਾਈਜ਼ ਹੈਗੀ ਆ, ਇਹ ਥੋੜੀ ਜਿਹੀ ਤੁਹਾਡੇ ਲਈ ਔਖੀ ਹੋ ਸਕਦੀ ਹੈ ਕਈ ਬੱਚਿਆਂ ਲਈ, ਤਾਂ ਇਹਨੂੰ ਕਰਨ ਦਾ ਇੱਕ ਤਰੀਕਾ ਹੈਗਾ। ਤਰੀਕਾ ਕੀ ਹੈਗਾ? ਮੈਂ ਨਾ ਕੋਈ ਛੋਟਾ ਜਿਹਾ ਐਗਜ਼ਾਮਪਲ ਲੈ ਲੈਣਾ। ਦ ਕ੍ਰਿਕਟ ਮੈਚ ਵਾਚਡ ਆਫਟਰ ਸਕੂਲ ਵੀ ਯੈਸਟਰਡੇ। ਹੁਣ ਜੇ ਮੰਨ ਕੇ ਚੱਲੋ ਤੁਹਾਡੇ ਤੋਂ ਪੂਰਾ ਸੈਂਟੈਂਸ ਇਕੱਠਾ ਸਹੀ ਨਹੀਂ ਬਣ ਰਿਹਾ, ਤੁਸੀਂ ਕੀ ਕਰੋ, ਤੁਸੀਂ ਉਹ ਹਿੱਸਿਆਂ ਨੂੰ ਇਕੱਠਾ ਕਰ ਲਓ ਜਿਹੜੇ ਆਪਾਂ ਨੂੰ ਸੁਭਾਵਿਕ ਹੀ ਦਿਖ ਰਿਹਾ ਕਿ ਇਹ ਦੋ ਚੀਜ਼ਾਂ ਤਾਂ ਇਕੱਠੀਆਂ ਲਿਖੀਆਂ ਜਾ ਸਕਦੀਆਂ। ਜਿਵੇਂ ਵਾਚਡ ਵੀ, ਵਾਚਡ ਕਈ ਜਾਣੇ ਇਹਨੂੰ ਕਹਿੰਦੇ ਨੇ ਪਰ ਇਹਨੂੰ ਵਾਚਡ ਕਵਾਂਗੇ, ਟ ਦੀ ਆਵਾਜ਼ ਆਊਗੀ। ਇਹਦੇ ਉੱਤੇ ਮੇਰੀਆਂ ਪੂਰੀਆਂ YouTube ਉੱਤੇ ਵੀਡੀਓਜ਼ ਨੇ ਪ੍ਰੋਨੰਸੀਏਸ਼ਨ ਦੀਆਂ, ਕਿ ਤੁਸੀਂ ਪ੍ਰੋਨੰਸੀਏਸ਼ਨ ਕਿਵੇਂ ਕਰਨੀ ਆ ਵਰਡਸ ਦੀ, ਉਹ ਸਾਰਾ ਉਹਦੇ ਬਾਰੇ ਹੈਗਾ ਇਹ, ਜੇ ਤੁਸੀਂ ਚਾਹੋ ਤਾਂ ਮੈਂ ਸ਼ੇਅਰ ਕਰ ਸਕਦਾ। ਹੁਣ ਆਪਾਂ ਨੂੰ ਕਲੀਅਰਲੀ ਦਿਖ ਰਿਹਾ ਕਿ ਵੀ ਵਾਸ਼ਡ, ਇਹ ਦੋਵੇਂ ਚੀਜ਼ਾਂ ਆਪਾਂ ਇਕੱਠੀਆਂ ਲਿਖ ਸਕਦੇ ਹਾਂ। ਤਾਂ ਆਪਾਂ ਕੀ ਕਰਾਂਗੇ, ਇੱਥੇ ਇਹਨਾਂ ਦੋਵਾਂ ਚੀਜ਼ਾਂ ਨੂੰ ਇਕੱਠੀਆਂ ਲਿਖ ਦਾਂਗੇ। ਜੋ ਜੋ ਦੋ ਦੋ ਵਰਡਸ ਤੁਸੀਂ ਇਕੱਠੇ ਕਰ ਸਕਦੇ ਹੋ, ਦੋ ਦੋ ਪਾਰਟਸ ਇਕੱਠੇ ਕਰ ਸਕਦੇ ਹੋ, ਉਹਨਾਂ ਨੂੰ ਇਕੱਠੇ ਕਰੀ ਚੱਲੋ। ਹੁਣ ਵੀ ਵਾਸ਼ਡ ਅਸੀਂ ਦੇਖਿਆ, ਵੀ ਆਪਣਾ ਸਬਜੈਕਟ ਆ, ਵਰਬ ਆਪਣਾ ਦੇਖਣਾ। ਹੁਣ ਕੀ ਦੇਖਿਆ? ਦ ਕ੍ਰਿਕਟ ਮੈਚ। ਹੁਣ ਇੱਥੋਂ ਤੱਕ ਆਪਣਾ ਸੈਂਟੈਂਸ ਬਣ ਗਿਆ। ਉਸ ਤੋਂ ਬਾਅਦ ਆਪਣੇ ਕੋਲੇ ਕਿਹੜੇ ਕਿਹੜੇ ਪਾਰਟ ਰਹਿ ਗਏ? ਆਫਟਰ ਸਕੂਲ ਰਹਿ ਗਿਆ ਤੇ ਯੈਸਟਰਡੇ ਰਹਿ ਗਿਆ। ਹੁਣ ਇੱਥੋਂ ਆਪਾਂ ਨੂੰ ਖੁਦ ਹੀ ਪਤਾ ਲੱਗ ਜਾਣਾ ਕਿ ਇਸ ਤੋਂ ਬਾਅਦ ਆਪਾਂ ਆਫਟਰ ਸਕੂਲ ਲਾਵਾਂਗੇ ਤੇ ਫਿਰ ਆਪਾਂ ਯੈਸਟਰਡੇ ਲਾਵਾਂਗੇ। ਵੀ ਵਾਚਡ ਦ ਕ੍ਰਿਕਟ ਮੈਚ ਆਫਟਰ ਸਕੂਲ ਯੈਸਟਰਡੇ। ਹੁਣ ਇਸ ਨੂੰ ਲਿਖਣ ਦਾ ਇੱਕ ਤਰੀਕਾ ਹੋਰ ਹੈਗਾ ਕਿ ਆਪਾਂ ਯੈਸਟਰਡੇ ਨੂੰ ਮੂਰੇ ਲਾ ਦਈਏ। ਦਿਖਾਉਣਾ ਮੈਂ ਤੁਹਾਨੂੰ, ਯੈਸਟਰਡੇ ਵੀ, ਇੱਥੇ ਫਿਰ ਆਪਾਂ ਨੂੰ ਕੋਮਾ ਲਾਉਣਾ ਪਊਗਾ ਬਟ ਬੈਟਰ ਇਹੀ ਹੈ ਕਿ ਤੁਸੀਂ ਇਦਾਂ ਨਾ ਕਰੋ, ਤੁਸੀਂ ਇਦਾਂ ਹੀ ਲਿਖ ਦਿਓ, ਉਵੇਂ ਸੌਖਾ ਰਹੂਗਾ। ਸਰ ਵਾਟ ਇਜ਼ ਦ ਮੀਨਿੰਗ ਆਫ ਸਪਾਈਟ? ਠੀਕ ਹੈ, ਐਕਚੁਅਲੀ ਇਨ ਸਪਾਈਟ ਦਾ ਮਤਲਬ ਜੇ ਤੁਸੀਂ ਕੱਲਾ ਦੇਖੋ ਤਾਂ ਇਹਦਾ ਮਤਲਬ ਹੁੰਦਾ ਨਫ਼ਰਤ, ਕਿਸੇ ਨੂੰ ਕਰਨਾ। ਬਟ ਇੱਥੇ ਇਨ ਸਪਾਈਟ ਵਰਡ ਇਕੱਠਾ ਹੈਗਾ, ਕੁਝ ਕਰਨ ਦੇ ਬਾਵਜੂਦ ਇਹ ਹੋਊਗਾ। ਇਹਦਾ ਮਤਲਬ ਸਮਝਦੇ ਹੋ ਨਾ ਕਿ ਕੁਝ ਕਰਨ ਦੇ ਬਾਵਜੂਦ। ਇਨ ਸਪਾਈਟ ਆਫ having prepared well for the examination, my sister did not score good marks. ਐਗਜ਼ਾਮੀਨੇਸ਼ਨ ਲਈ ਬਹੁਤ ਵਧੀਆ ਪ੍ਰਪੇਅਰ ਕਰਨ ਦੇ ਬਾਵਜੂਦ, ਠੀਕ ਆ, ਐਗਜ਼ਾਮੀਨੇਸ਼ਨ ਲਈ ਬਹੁਤ ਵਧੀਆ ਪ੍ਰਪੇਅਰ ਕਰਨ ਦੇ ਬਾਵਜੂਦ ਮੇਰੀ ਸਿਸਟਰ ਦੇ ਵਧੀਆ ਮਾਰਕਸ ਨਹੀਂ ਆਏ। ਸੀ ਵਿੱਚ ਸੈਪਰੇਟ ਦਾ ਸਬਜੈਕਟ ਫਰੋਮ ਦਾ ਪ੍ਰੈਡੀਕੇਟ। ਹੁਣ ਇਹ ਐਕਸਰਸਾਈਜ਼ ਤੁਹਾਡੇ ਲਈ ਬੜੀ ਸੌਖੀ ਹੋਊਗੀ ਕਿਉਂਕਿ ਅਜਿਹੀਆਂ ਆਪਾਂ ਹੋਰ ਐਕਸਰਸਾਈਜ਼ਸ ਵੀ ਕਰ ਚੁੱਕੇ ਹਾਂ। ਹੁਣ ਕੋਈ ਵਲੰਟੀਅਰ ਕਰਨਾ ਚਾਹੂਗਾ ਆਨਸਰ ਦੇਣ ਲਈ? ਸਬਜੈਕਟ ਦ ਲਾਇਨ ਇਨ ਦ ਜੰਗਲ। ਠੀਕ ਆ, ਦ ਲਾਇਨ ਇਨ ਦ ਜੰਗਲ, ਠੀਕ ਹੈ ਸਰ ਦ ਲਾਇਨ ਕੱਲਾ ਸਬਜੈਕਟ ਹੋਏਗਾ ਆਈ ਥਿੰਕ। ਨਹੀਂ, ਪਹਿਲੇ ਤਾਂ ਸਹੀ ਹੈ, ਦ ਲਾਇਨ ਇਨ ਦ ਜੰਗਲ। ਦੇਖੋ ਮੈਂ ਤੁਹਾਨੂੰ ਇਹੀ ਚੀਜ਼ ਕਹਿਣਾ, ਜਦੋਂ ਤੁਸੀਂ ਲਾਇਨ ਦੀ ਗੱਲ ਕਰਦੇ ਹੋ ਨਾ, ਉਹ ਆਪਣਾ ਸਬਜੈਕਟ ਵਰਡ ਹੋਊਗਾ। ਲਾਇਨ ਇਨ ਦ ਜੰਗਲ, ਠੀਕ ਆ, ਇਹ ਪੂਰਾ ਸਬਜੈਕਟ ਹੋਊਗਾ। ਹੁਣ ਇੱਕ ਤਰੀਕਾ ਹੋਰ ਹੈਗਾ, ਜੇ ਤੁਹਾਨੂੰ ਨਹੀਂ ਸਮਝ ਆ ਰਿਹਾ ਕਿ ਸਬਜੈਕਟ ਕਿਹੜਾ ਹੈਗਾ ਜਾਂ ਸਬਜੈਕਟ ਕਿਹੜਾ ਨਹੀਂ ਹੈਗਾ, ਨਾਰਮਲੀ ਹੋਊਗਾ ਜ਼ਿਆਦਾਤਰ ਸੈਂਟੈਂਸਸ ਵਿੱਚ, 99% ਸੈਂਟੈਂਸਸ ਵਿੱਚ ਇਦਾਂ ਹੋਊਗਾ ਕਿ ਜਿਹੜਾ ਆਪਣਾ ਵਰਬ ਆ ਨਾ, ਆਪਣਾ ਵਰਬ ਹੈ ਕੌਟ, ਠੀਕ ਆ,
ਉਸਦਾ ਜਿਹੜਾ ਅਗਲਾ ਪਾਰਟ ਹੋਊਗਾ ਉਹ ਸਾਰਾ ਸਬਜੈਕਟ ਹੀ ਹੋਊਗਾ ਜ਼ਿਆਦਾਤਰ ਸੈਂਟੈਂਸਸ ਵਿੱਚ। ठीक है ਠੀਕ ਹੈ, ਇਹ ਦੂਸਰਾ ਤਰੀਕਾ ਹੈਗਾ। ਹੁਣ ਆਪਾਂ ਗੱਲ ਲਾਇਨ ਦੀ ਕਰ ਰਹੇ ਹਾਂ, ਪਰ ਆਪਾਂ ਸਿਰਫ ਉਸੇ ਲਾਇਨ ਦੀ ਗੱਲ ਕਰ ਰਹੇ ਹਾਂ ਜਿਹੜਾ ਜੰਗਲ ਵਿੱਚ ਹੈਗਾ ਹੈ। ਤਾਂ ਆਹ ਆਪਣਾ ਸਬਜੈਕਟ ਵਰਡ ਆ, ਇਨ ਦਾ ਜੰਗਲ ਕੀ ਆਪਣਾ ਐਟਰੀਬਿਊਟ ਆ ਜਿਹੜਾ ਆਪਾਂ ਨੂੰ ਲਾਈਨ ਬਾਰੇ ਦੱਸ ਰਿਹਾ। ਇੱਧਰ ਦੇਖੋ, ਜਦੋਂ ਵੀ ਤੁਹਾਨੂੰ ਡਾਊਟ ਹੁੰਦੀ ਹੈ ਨਾ, ਆਹ ਵਾਲਾ ਸੈਂਟੈਂਸ ਦੇਖ ਲਿਆ ਕਰੋ, ਯੰਗ ਰੋਹਨ ਡਰਾਈਵਸ ਏ ਕੈਬ। कैब ਹੁਣ ਦੇਖੋ, ਰੋਹਨ ਦੀ ਆਪਾਂ ਗੱਲ ਕਰ ਰਹੇ ਹਾਂ, ਰੋਹਨ ਬਾਰੇ ਯੰਗ ਦੱਸ ਰਿਹਾ ਹੈ, ਉਹੀ ਚੀਜ਼ ਇੱਥੇ ਆ। ਲਾਇਨ ਦੀ ਆਪਾਂ ਗੱਲ ਕਰ ਰਹੇ ਹਾਂ, ਲਾਈਨ ਬਾਰੇ ਕੌਣ ਦੱਸ ਰਿਹਾ, ਇਨ ਦਾ ਜੰਗਲ ਤੇ ਦ, ਤਾਂ ਇਹ ਆਪਣੇ ਐਟਰੀਬਿਊਟ ਹੋ ਗਏ, ਲਾਇਨ ਆਪਣਾ ਸਬਜੈਕਟ ਵਰਡ। ਠੀਕ ਹੈ, ਇੱਥੇ ਸਬਜੈਕਟ ਵਰਡ ਰੋਹਨ ਤੇ ਯੰਗ ਆਪਣਾ ਕੀ ਆ, ਐਟਰੀਬਿਊਟ। ਆ ਗਈ ਸਮਝ? यस सर ਠੀਕ ਹੈ, ਥਰਡ ਦਾ ਆਨਸਰ ਦਿਓ, ਸੌਰੀ ਇਹ ਸੈਕੰਡ ਸੈਂਟੈਂਸ ਦਾ ਆਨਸਰ ਦਿਓ। हरी द लोकल शॉपकीपर सब्जेक्ट ਹਾਂਜੀ, ਹੁਣ ਠੀਕ ਹੈ। ਹੁਣ ਇਹਦੇ ਵਿੱਚ ਵੀ ਦੇਖੋ, ਹਰੀ ਬਾਰੇ ਆਪਾਂ ਮੇਨਲੀ ਗੱਲ ਕਰ ਰਹੇ ਹਾਂ। ਆਹ हाँ जी ਚੀਜ਼ ਜਿਹੜੀ ਹੈਗੀ ਆ ਆਪਾਂ ਨੂੰ ਹਰੀ ਬਾਰੇ ਹੀ ਦੱਸ ਰਹੀ ਹੈ ਕਿ ਹਰੀ ਕਿਹੋ ਜਿਹਾ ਹੈਗਾ, ਕਿਹੜਾ ਹਰੀ ਆ। ਠੀਕ ਆ, ਇਹ ਆਪਣਾ ਸਬ ਐਟਰੀਬਿਊਟ ਹੋ ਗਿਆ, ਤੇ ਇਹ ਸਾਰਾ ਆਪਣਾ ਕੀ ਹੋਇਆ ਫਿਰ, ਸਬਜੈਕਟ ਹੋ ਗਿਆ। सब्जेक्ट ਠੀਕ ਆ, ਹੈਸ ਆਪਣਾ ਕੀ ਹੋਊਗਾ, ਵਰਬ ਹੋਊਗਾ, ਤੇ ਇਹ ਨਿਊ ਕਾਰ ਆਪਣਾ ਆਬਜੈਕਟ ਹੋ ਗਿਆ। ਉਸ ਤੋਂ ਬਾਅਦ ਆ ਐਕਸਰਸਾਈਜ਼ ਨੂੰ ਸਮਝੋ। insert phrases from the box in these sentences, you may add them to the subject or the predicate। ਆਪਾਂ ਨੂੰ ਬਾਕਸਸ ਵਿੱਚ ਕੁਝ ਫਰੇਸਸ ਦਿੱਤੇ ਹੋਏ ਨੇ, ਤਾਂ ਆਪਾਂ ਇਹਨਾਂ ਨੂੰ ਜਾਂ ਤਾਂ ਸਬਜੈਕਟ ਦੇ ਪਿੱਛੇ ਲਗਾਉਣਾ ਹੈਗਾ ਜਾਂ ਪ੍ਰੈਡੀਕੇਟ ਦੇ ਪਿੱਛੇ। ਸੋ ਪਹਿਲਾਂ ਆਪਾਂ ਕੀ ਕਰਨਾ ਹੈਗਾ, ਪਹਿਲਾਂ ਤਾਂ ਆਪਾਂ ਪ੍ਰੈਡੀਕੇਟ ਤੇ ਜਿਹੜਾ ਆਪਣਾ ਸਬਜੈਕਟ ਹੈਗਾ ਉਹਨਾਂ ਦੋਵਾਂ ਨੂੰ ਅਲੱਗ ਕਰਨਾ ਹੈ। ਹੁਣ ਇਸ ਪਹਿਲੇ ਸੈਂਟੈਂਸ ਵਿੱਚ ਇਹ ਯੂਸਲੈਸ ਕਾਰਪੇਟ ਆਪਣਾ ਕੀ ਹੈ, ਸਬਜੈਕਟ ਹੈ। ਇਸ ਲਾਈਂਗ ਇਨ ਦਾ ਕਬਰਡ ਆਪਣਾ ਕੀ ਹੈ, ਪ੍ਰੈਡੀਕੇਟ। ਮੈਂ ਛੇਤੀ ਛੇਤੀ ਦੱਸ ਦਿੰਦਾ, ਆਪਣੇ ਕੋਲੇ 10 ਮਿੰਟ ਹੀ ਨੇ। ਠੀਕ ਹੈ, ਹੁਣ ਇਹਦੇ ਵਿੱਚ ਤੁਸੀਂ ਕੀ ਕਰਨਾ ਹੈਗਾ, ਇਹ ਤੁਸੀਂ ਸਾਰੇ ਲਾ ਕੇ ਦੇਖੋ। ਇਹ ਯੂਸਲੈਸ ਕਾਰਪੇਟ ਨੀਅਰ ਦਾ ਚਰਚ ਆਪਾਂ ਲਗਾ ਸਕਦੇ ਹਾਂ, ਨਹੀਂ ਲਗਾ ਸਕਦੇ, ਸੈਂਸ ਨਹੀਂ ਬਣਦੀ। ਬਾਈ ਦਾ ਰਿਵਰ ਲਗਾ ਸਕਦੇ ਹਾਂ ਸਬਜੈਕਟ ਦੇ ਪਿੱਛੇ, ਨਹੀਂ ਲਗਾ ਸਕਦੇ। ਬਾਈ ਦਾ ਰਿਵਰ ਮਤਲਬ ਰਿਵਰ ਦੇ ਕੋਲੇ ਤਾਂ ਨਹੀਂ ਯੂਸਲੈਸ ਕਾਰਪੇਟ ਪਿਆ ਹੋਊਗਾ। ਐਟ ਦਾ ਲੋਕਲ ਮਾਰਕੀਟ ਵੀ ਨਹੀਂ ਸਹੀ ਲੱਗ ਰਿਹਾ, ਸਿੰਸ ਮਾਰਚ ਵੀ ਨਹੀਂ ਸਹੀ ਲੱਗ ਰਿਹਾ। ਇਹ ਯੂਸਲੈਸ ਕਾਰਪੇਟ ਸਿੰਸ ਮਾਰਚ ਇਜ਼ ਫਲਾਈਂਗ ਇਨ ਦਾ ਕਬਰਡ ਨਹੀਂ ਸਹੀ। ਆਫ ਮੈਨੀ ਕਲਰਸ ਵੀ ਸਹੀ ਨਹੀਂ ਲੱਗ ਰਿਹਾ। ਵਿਦ ਮੈਨੀ ਹੋਲਸ ਲਾ ਸਕਦੇ ਹਾਂ, ਇਹ ਯੂਸਲੈਸ ਕਾਰਪੇਟ ਵਿਦ ਮੈਨੀ ਹੋਲਸ, ਵਿਦ ਮੈਨੀ ਹੋਲਸ ਆਪਾਂ ਲਿਖ ਸਕਦੇ ਹਾਂ, ਕਿਉਂਕਿ ਇਹਦੀ ਸੈਂਸ ਬਣਦੀ ਹੈ ਕਿ ਯੂਸਲੈਸ ਕਾਰਪੇਟ, ਜਿਹੜਾ ਵਾਧੂ ਕਾਰਪੇਟ ਹੈਗਾ ਉਹਦੇ ਚ ਹੋਲਸ ਹੋ ਸਕਦੇ ਨੇ, ਤਾਂ ਹੀ ਉਹ ਬੇਕਾਰ ਆ। ਤਾਂ ਵਿਦ ਮੈਨੀ ਹੋਲਸ ਆਪਾਂ ਇੱਥੇ ਲਿਖ ਸਕਦੇ ਹਾਂ। ਸੋ ਜਿਹੜੇ ਵੀ ਚੀਜ਼ਾਂ ਤੁਸੀਂ ਸਬਜੈਕਟ ਜਾਂ ਪ੍ਰੈਡੀਕੇਟ ਦੇ ਪਿੱਛੇ ਲਗਾ ਸਕਦੇ ਹੋ, ਉਹ ਸਾਰੀਆਂ ਲਾ ਕੇ ਦੇਖ ਲਓ। ਹੁਣ ਇਦਾਂ ਵੀ ਲਿਖ ਸਕਦੇ ਸੀ, that is gray in color ਵੀ ਆਪਾਂ ਲਿਖ ਸਕਦੇ ਸੀ, that is gray in color, ਇਹ ਚੀਜ਼ ਵੀ ਆਪਾਂ ਲਿਖ ਸਕਦੇ ਸੀਗੇ। ਤੇ ਸਾਰੇ ਆਪਸ਼ਨਸ ਲਾ ਕੇ ਇੱਕ ਵਾਰੀ ਲਿਖ ਲੈਣੇ ਆ ਤੁਸੀਂ। ਪ੍ਰੈਡੀਕੇਟ ਜਿਵੇਂ ਇਸ ਲਾਈਂਗ ਇਨ ਦਾ ਕਬਰਡ ਤੋਂ ਬਾਅਦ ਆਪਾਂ ਸਿੰਸ ਮਾਰਚ ਵੀ ਲਿਖ ਸਕਦੇ ਸੀਗੇ। ਇਹ ਯੂਸਲੈਸ ਕਾਰਪੇਟ ਇਸ ਲਾਈਂਗ ਇਨ ਦਾ ਕਬਰਡ ਸਿੰਸ ਮਾਰਚ, ਇਦਾਂ ਵੀ ਆਪਾਂ ਲਿਖ ਸਕਦੇ ਸੀ। ਸੋ ਜਿੰਨੇ ਵੀ ਤੁਹਾਨੂੰ ਸਹੀ ਆਨਸਰ ਲੱਗਦੇ ਨੇ ਪਹਿਲਾਂ ਉਹ ਸਾਰੇ ਲਿਖ ਲਓ। ਸਾਰਿਆਂ ਵਿੱਚ ਆਪਾਂ ਇਦਾਂ ਕਰਨਾ ਹੈ, ਜਿਵੇਂ ਇਹ ਵੂਮਨ ਇਹ ਆਪਣਾ ਸਬਜੈਕਟ ਹੈ, ਬਾਕੀ ਆਪਣਾ ਆਹ ਪ੍ਰੈਡੀਕੇਟ ਹੈ। ਤਾਂ ਪਹਿਲਾਂ ਆਪਾਂ ਇਹਨਾਂ ਦੋਵਾਂ ਨੂੰ ਸਬਜੈਕਟ ਤੇ ਪ੍ਰੈਡੀਕੇਟ ਨੂੰ ਅਲੱਗ ਕਰ ਲੈਣਾ, ਫਿਰ ਆਪਾਂ ਦੇਖਣਾ ਹੈਗਾ ਕਿ ਕਿਹੜਾ ਇਹਦੇ ਵਿੱਚੋਂ ਸਹੀ ਆਨਸਰ ਹੋ ਸਕਦਾ ਹੈ। ਜਿਵੇਂ ਇਹ ਵੂਮਨ ਵਿਦ ਗ੍ਰੇਟ ਬਿਊਟੀ, ਆਫ ਗ੍ਰੇਟ ਬਿਊਟੀ, ਇਹ ਆਪਾਂ ਲਿਖ ਸਕਦੇ ਹਾਂ। ਹੋਰ ਵੀ ਜਿਹੜੀਆਂ ਚੀਜ਼ਾਂ ਤੁਸੀਂ ਲਿਖ ਸਕਦੇ ਹੋ ਸਬਜੈਕਟ ਦੇ ਪਿੱਛੇ, ਉਹ ਤੁਸੀਂ ਲਿਖ ਲੈਣੀਆਂ ਨੇ। ਠੀਕ ਹੈ, ਮੈਂ ਪਹਿਲੇ ਦੋਵਾਂ ਦੇ ਆਨਸਰ ਤੁਹਾਨੂੰ ਦੇ ਰਿਹਾ। ਪਹਿਲੇ ਦਾ ਆਨਸਰ ਹੋਊਗਾ ਵਿਦ ਮੈਨੀ ਹੋਲਸ, ਇਹ ਬਣੂਗਾ, ਤੇ ਦੂਸਰੇ ਦਾ ਹੋਊਗਾ ਆਫ ਗ੍ਰੇਟ ਬਿਊਟੀ। ਤਾਂ ਤੁਸੀਂ ਕੀ ਕਰਨਾ, ਸਬਜੈਕਟ ਤੇ ਪ੍ਰੈਡੀਕੇਟ ਨੂੰ ਪਹਿਲਾਂ ਅਲੱਗ ਕਰ ਲੈਣਾ ਹੈ, ਫਿਰ ਦੇਖਣਾ ਹੈ ਕਿ ਪ੍ਰੈਡੀਕੇਟ ਤੇ ਸਬਜੈਕਟ ਦੇ ਪਿੱਛੇ ਕਿਹੜੇ ਕਿਹੜੇ ਆਨਸਰ ਲੱਗ ਸਕਦੇ ਆ। ਉਹ ਆਨਸਰ ਤੁਸੀਂ ਸਾਰੇ ਲਾ ਕੇ ਦੇਖਣੇ ਆ, ਤੇ ਫਿਰ ਸਾਰਿਆਂ ਦਾ ਇੱਕੋ ਆਨਸਰ ਸਹੀ ਹੋਊਗਾ, ਤੇ ਕੋਈ ਇੱਕ ਆਨਸਰ ਤੁਸੀਂ ਐਂਡ ਉੱਤੇ ਚੂਜ਼ ਕਰ ਲੈਣਾ। ਉਸ ਤੋਂ ਬਾਅਦ ਇਹ ਐਕਸਰਸਾਈਜ਼ ਹੈ, ਬੜੀ ਸੌਖੀ ਐਕਸਰਸਾਈਜ਼ ਹੈ। ਤੁਸੀਂ ਸੋਚਣਾ ਹੈਗਾ ਕਿ ਜਿਹੜਾ ਆਹ ਸੈਂਟੈਂਸ ਹੈ ਇਹ ਕੀ ਹੋਊਗਾ, ਇੰਪੈਰੇਟਿਵ ਹੋਊਗਾ, ਐਕਸਕਲੇਮੇਟਰੀ ਹੋਊਗਾ, ਅਸਰਟਿਵ ਹੋਊਗਾ, ਜਾਂ ਇੰਟਰੋਗੇਟਿਵ ਹੋਊਗਾ। ਵੈਨ ਕੈਨ ਆਈ ਸੀ ਯੂ, ਮੈਂ ਤੁਹਾਨੂੰ ਕਦੋਂ ਦੇਖ ਸਕਦਾ, ਸਵਾਲ ਹੋ ਗਿਆ ਇਹ। ਤਾਂ ਫਿਰ ਇਹ ਕਿਹੜਾ ਸੈਂਟੈਂਸ ਹੋਊਗਾ,
ਇੰਟਰੋਗੇਟਿਵ ਸੈਂਟੈਂਸ, ਕਿਉਂਕਿ ਇੰਟਰੋਗੇਟਿਵ ਸੈਂਟੈਂਸਸ ਵਿੱਚ ਆਪਣੇ ਸਵਾਲ ਪੁੱਛੇ ਜਾਂਦੇ ਆ ਤੇ ਐਂਡ ਉੱਤੇ ਤੁਸੀਂ ਪੰਕਚੁਏਸ਼ਨ ਵੀ ਲਾਉਣੀ ਹੈ। ਇੰਟਰੋਗੇਟਿਵ ਸੈਂਟੈਂਸ ਦੀ ਪੰਕਚੁਏਸ਼ਨ ਕਿਹੜੀ ਹੁੰਦੀ ਹੈ? ਕੁਐਸਚਨ ਮਾਰਕ। ਜੇ ਕੋਈ ਸੈਂਟੈਂਸ ਐਕਸਕਲਾਮੇਟਰੀ ਹੋਵੇ, ਜਿਵੇਂ ਸੈਕੰਡ ਸੈਂਟੈਂਸ ਆਪਣਾ ਹੈਗਾ ਵਾਟ ਏ ਲਵਲੀ ਪੀਸ ਆਫ ਮਿਊਜ਼ਿਕ, ਇਹ ਜਿਹੜਾ ਹੈਗਾ ਆਪਣਾ ਇਹ ਐਕਸਕਲਾਮੇਟਰੀ ਸੈਂਟੈਂਸ ਹੋਊਗਾ, ਤਾਂ ਇੱਥੇ ਆਪਾਂ ਐਕਸਕਲਾਮੇਸ਼ਨ ਮਾਰਕ ਲਾਉਣਾ ਹੈ ਤੇ ਕੀ ਲਿਖਣਾ ਹੈਗਾ, ਟਾਈਪ ਵੀ ਦੱਸਣੀ ਹੈ ਆਪਾਂ, ਤਾਂ ਆਪਾਂ ਉਹ ਵੀ ਲਿਖਾਂਗੇ ਕਿ ਇਹ ਸਾਡਾ ਹੈਗਾ ਹੈ ਐਕਸਕਲਾਮੇਟਰੀ ਸੈਂਟੈਂਸ, ਉਹਦੇ ਵਿੱਚ ਆਪਾਂ ਈ ਲਗਾ ਦੇਣੀ ਹੈ। ਇਹਦੇ ਵਿੱਚ ਵੀ ਤੁਸੀਂ ਰੀਅਰੇਂਜ ਕਰਨਾ ਹੈ, ਤਾਂ ਰੀਅਰੇਂਜ ਕਿਸ ਬੇਸਿਸ ਉੱਤੇ ਕਰਨਾ ਹੈ? ਇੰਪੈਰੇਟਿਵ ਦੇ ਬੇਸਿਸ ਉੱਤੇ। ਹੁਣ ਦ ਹਾਲ ਲੀਵ ਨਾਓ ਰਾਈਟ, ਲੀਵ ਦ ਹਾਲ ਰਾਈਟ ਨਾਓ,